ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਚੈਨਲ ਸਾਂਝਾ ਪੰਜਾਬ ਤੇ ਮੈਂ ਤੁਹਾਡੀ ਹੋਸਟ ਤੇ ਦੋਸਤ ਰਵੀ ਮਨਹਾਸ ਤੁਹਾਡਾ ਸਵਾਗਤ ਕਰਦੀ ਹਾਂ ਤੇ ਉਮੀਦ ਕਰਦੀ ਹਾਂ ਤੁਸੀਂ ਸਮਰ ਪੂਰੀ ਇੰਜੋਏ ਕਰ ਰਹੇ ਹੋਵੋਗੇ। ਜਿਵੇਂ ਕਿ ਕੈਨੇਡਾ ਦੇ ਵਿੱਚ ਅਸੀਂ ਇੱਕ ਖਾਸ ਗੱਲ ਜਾਣਦੇ ਹਾਂ ਕਿ ਫਨ ਐਂਡ ਸਨ ਤੇ ਲਾਈਕ ਜਿਵੇਂ ਜਿਵੇਂ ਇਹ ਜਿਹੜਾ ਸਨ ਆ ਸਿਖਰ ਤੇ ਜਾਂਦਾ ਆ ਅਸੀਂ ਆਪਣੇ ਘਰਾਂ ਚੋਂ ਬਾਹਰ ਆ ਕੇ ਗਰਮੀ ਦਾ ਇੰਜੋਏ ਕਰਦੇ ਹਾਂ ਤੇ ਹੋਪਫੁਲੀ ਤੁਸੀਂ ਵੀ ਕਰ ਰਹੇ ਹੋਵੋਗੇ। ਤੇ ਅੱਜ ਸਾਡੇ ਕੋਲ ਇੰਜੋਏ ਕਰਨ ਦਾ ਇੱਕ ਹੋਰ ਵੀ ਰੀਜ਼ਨ ਹੈ ਕਿ ਅਸੀਂ ਲਾਈਕ ਪੀਲ ਰੀਜਨ ਦੇ ਰੈਜ਼ੀਡੈਂਟ ਤੇ ਟੋਰਾਂਟੋਰੀਅਨ ਅਸੀਂ ਫੇਜ਼ 3 'ਚ ਐਂਟਰ ਕਰ ਗਏ ਹਾਂ। ਸੋ ਇਹਦੇ ਤਾਲਕ ਸਾਡੇ ਕੋਲੇ ਕੋਈ ਇਨਫੋਰਮੇਸ਼ਨ ਜਿਹੜੀ ਅੱਜ ਅਸੀਂ ਇਸ ਪ੍ਰੋਗਰਾਮ 'ਚ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿ ਐਕਚੁਅਲ ਫੇਜ਼ 2 ਤੇ ਫੇਜ਼ 3 ਦੇ ਵਿੱਚ ਕੀ ਉਹ ਚੀਜ਼ਾਂ ਨੇ ਜਿਹੜੀਆਂ ਅਪਗ੍ਰੇਡ ਹੋਈਆਂ ਨੇ ਉਹ ਤੇ ਨਾਲੇ ਅਸੀਂ ਇਹ ਵੀ ਗੱਲ ਕਰਾਂਗੇ ਕਿ ਜਿਵੇਂ ਹੁਣ ਕੱਲ੍ਹ ਇਹ ਵੀ ਆਇਆ ਹੈਗਾ ਕਿ ਸਕੂਲ ਵੀ ਬੱਚੇ ਜਾਣਗੇ ਸੈਪਟੈਂਬਰ 2020 ਤੋਂ ਅਤੇ ਉਹਦੇ ਨਾਲ ਬੱਚਿਆਂ ਦਾ ਅਤੇ ਸਕੂਲ ਦਾ ਕਿੱਦਾਂ ਦਾ ਉਹਨਾਂ ਦਾ ਪਲੈਨਿੰਗ ਰਹੇਗੀ ਉਹਦੇ ਬਾਰੇ ਵੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਚਰਚਾ ਕਰਾਂਗੇ। ਅਤੇ ਨਾਲ ਦੀ ਨਾਲ ਅਸੀਂ ਇਸ ਸਾਰੇ ਪੈਂਡੈਮਿਕ ਦੇ ਦੌਰਾਨ ਸਾਡੇ ਕੈਨੇਡੀਅਨ ਇਕੋਨਮੀ 'ਤੇ ਕੀ ਅਸਰ ਪਿਆ ਤੇ ਰੀਅਲ ਸਟੇਟ ਵਿੱਚ ਵੀ ਇਹਦਾ ਕੀ ਇਫੈਕਟ ਪੈ ਰਿਹਾ, ਇਹ ਸਾਰੀਆਂ ਗੱਲਾਂ ਦਾ ਅੱਜ ਅਸੀਂ ਕੁਛ ਨਾ ਕੁਛ ਆਨਸਰ ਕੁਝ ਤੁਹਾਡੇ ਵਾਸਤੇ ਕੋਈ ਨਵੀਂ ਇਨਫੋਰਮੇਸ਼ਨ ਲਿਆਉਣ ਦੀ ਕੋਸ਼ਿਸ਼ ਕਰਾਂਗੇ। ਸੋ ਇਹ ਸਾਰੇ ਟੌਪਿਕ 'ਤੇ ਸਾਡੇ ਨਾਲ ਬੋਲਣ ਲਈ ਸਾਡੇ ਕੋਲ ਅੱਜ ਮਿਸਟਰ ਦੇਵ ਕਪਿਲ ਆਏ ਨੇ ਜਿਹੜੇ ਕਿ ਨਿਊ ਬਰੈਂਪਟਨ ਦੇ ਚੇਅਰ ਵੀ ਨੇ ਐਂਡ ਇਹ ਇੱਕ ਫਾਈਨੈਂਸ਼ੀਅਲ ਕੰਪਨੀ ਦੇ ਪ੍ਰੈਜ਼ੀਡੈਂਟ ਵੀ ਨੇ ਅਤੇ ਨਾਲ ਦੀ ਨਾਲ ਰੀਅਲ ਸਟੇਟ ਐਂਡ ਹੋਲਡਿੰਗ ਨੂੰ ਵੀ ਕੰਪਨੀ ਦੇ ਵੀ ਪ੍ਰੈਜ਼ੀਡੈਂਟ ਨੇ। ਸੋ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਅੱਜ ਤੁਹਾਨੂੰ ਮਿਲਾਨੀ ਆ ਮਿਸਟਰ ਦੇਵ ਕਪਿਲ ਜੀ ਨਾਲ। ਹੈਲੋ ਕਪਿਲ, ਹਾਊ ਆਰ ਯੂ? I'm good, thank you. Thank you for having me on your show. Thank you very much. You're welcome. Hello to everyone. Thank you. So ਕਪਿਲ ਜੀ, ਜਿਵੇਂ ਕਿ ਬੜੀ ਖੁਸ਼ੀ ਦੀ ਗੱਲ ਆ ਕਿ ਆਪਾਂ ਅੱਜ ਫੇਜ਼ 3 'ਚ ਐਂਟਰ ਹੋ ਗਏ ਹਾਂ। ਸੋ ਸਾਡੇ ਥੋੜ੍ਹੇ ਵਿਊਅਰਸ ਨੂੰ ਥੋੜ੍ਹਾ ਜਿਹਾ ਡਿਟੇਲ 'ਚ ਦੱਸੋ ਕਿ ਹਾਊ ਦਿਸ ਇਜ਼ ਡਿਫਰੈਂਟ ਫਰੋਮ ਫੇਜ਼ 2। ਹੁਣ ਕਿਹੜੀਆਂ ਚੀਜ਼ ਬਿਜ਼ਨਸ ਨੇ ਜਿਹੜੇ ਓਪਨ ਹੋ ਗਏ ਨੇ ਅਤੇ ਅਸੀਂ ਕੁਛ ਹੋਰ ਕਹਿ ਲਓ ਕਿ ਸਾਨੂੰ ਰਿਲੈਕਸੇਸ਼ਨ ਮਿਲੀ ਆ। ਐਕਚੁਅਲੀ ਮੈਂ ਪਹਿਲਾਂ ਸ਼ੁਰੂ ਕਰਾਂਗਾ। ਮੈਂ ਉਹ ਕਹਿੰਦੇ ਆਪਣੇ ਇੰਗਲਿਸ਼ 'ਚ ਪਾਰਟੀ ਪੂਪਰ। ਮੈਂ ਪਾਰਟੀ ਪੂਪਰ ਨਹੀਂ ਹੈ ਮਗਰ ਮਜਬੂਰ ਹੈ। ਮੈਂ ਖੁਸ਼ੀ ਦੀ ਗੱਲ ਹੈ ਕਿ ਆਪਾਂ ਸਟੇਜ 3 ਸਹਿੰਗੇ ਮਗਰ ਫਿਕਰ ਦੀ ਵੀ ਗੱਲ ਵੀ ਹੈਗੀ ਕਾਫੀ। ਉਹਦਾ ਕਾਰਨ ਇਹ ਹੈ ਕਿ ਕੋਵਿਡ ਜਿਹੜੀ ਹੈਗੀ ਬਿਮਾਰੀ ਆਪਣੀ ਵਾਇਰਸ ਇਹਦਾ ਕੋਈ ਇਸ ਵੇਲੇ ਇਲਾਜ ਵਗੈਰਾ ਕੁਛ ਨਹੀਂ ਨਿਕਲਿਆ। ਤਾਂ ਇਹ ਸਟੇਜ 3 ਕੀਤੀ ਹੈ ਗਵਰਨਮੈਂਟਾਂ ਨੇ ਬੇਸਿਕਲੀ ਕਿ ਆਪਾਂ ਨੇ ਪਿੱਛੇ ਲੋਕਡਾਊਨ ਕੀਤਾ ਸੀਗਾ ਉਹਦੇ ਕਰਕੇ ਕੇਸਿਸ ਵਗੈਰਾ ਘਟ ਗਏ ਕਿਉਂਕਿ ਬੰਦੇ ਬਾਹਰ ਘੱਟ ਨਿਕਲਦੇ ਘਰੋਂ। ਜਦ ਇਹ ਖੋਲ ਰਹੇ ਹੈ ਇਹਦਾ ਐਕਚੁਅਲੀ ਕਾਫੀ ਵੱਡਾ ਰਿਸਕ ਵੀ ਹੈਗਾ ਕਿਉਂਕਿ ਇਹ ਕੇਸਿਸ ਵਾਕਈ ਵੱਧ ਸਕਦੇ ਆ ਵਾਪਸ। ਉਹਦਾ ਸਭ ਤੋਂ ਧਿਆਨ ਰੱਖਣ ਵਾਲੀ ਗੱਲ ਹੈ ਜਸਟ ਬਿਕੋਜ਼ ਇਹਨਾਂ ਨੇ ਸਟੇਜ 3 ਕੀਤੀ ਹੈ ਤੇ ਸਿਟੀ ਵਗੈਰਾ ਖੋਲਤੇ ਹੈ, ਰੈਸਟੋਰੈਂਟਸ ਵਗੈਰਾ ਖੋਲਤੇ ਹੈ, ਇਹਦਾ ਮਤਲਬ ਇਹ ਨਹੀਂ ਹੈ ਕਿ ਇਹ ਪ੍ਰੋਬਲਮ ਚਲੀ ਗਈ ਹੈ। ਇਹ ਬਹੁਤ ਜ਼ਰੂਰੀ ਚੀਜ਼ ਸਮਝਣ ਦੀ ਗੱਲ ਹੈ ਕਿ ਇਹਦਾ ਮਤਲਬ ਇਹ ਨਹੀਂ ਕਿ ਪ੍ਰੋਬਲਮ ਚਲੀ ਗਈ ਹੈ। ਪ੍ਰੋਬਲਮ ਜਿਸ ਤਰ੍ਹਾਂ ਸੀਗੀ ਪਹਿਲਾਂ ਉਦਾਂ ਹੀ ਹੈ, ਐਕਚੁਅਲੀ ਉਸ ਤੋਂ ਜ਼ਿਆਦਾ ਹੈਗੀ ਖਤਰਨਾਕ ਇਸ ਵੇਲੇ। ਇਹ ਸਾਰਿਆਂ ਨੂੰ ਬਹੁਤ ਧਿਆਨ ਰੱਖਣਾ ਜ਼ਰੂਰੀ ਹੈ। ਆਪਾਂ ਨੂੰ ਸੋਸ਼ਲ ਡਿਸਟੈਂਸ ਰੱਖਣਾ ਬਹੁਤ ਜ਼ਰੂਰੀ ਹੈ। ਮਾਸਕ ਪਾ ਕੇ ਬਾਹਰ ਜਾਣਾ ਜ਼ਰੂਰੀ ਹੈ। ਜਦ ਤੁਸੀਂ 6 ਫੁੱਟ ਕਿਸੇ ਤੋਂ ਦੂਰ ਹੋਵੇ ਤੁਸੀਂ ਹਮੇਸ਼ਾ ਕੋਸ਼ਿਸ਼ ਕਰੋ, ਕੋਸ਼ਿਸ਼ ਨਹੀਂ ਤੁਸੀਂ ਮਸਟ ਹੋ ਕਿ ਮਾਸਕ ਪਾਉਣਾ ਹੈਗਾ। ਕਿਉਂਕਿ ਇਹਦੇ 'ਚ ਕੀ ਹੈ ਕਿ ਸਭ ਤੋਂ ਬੜੀ ਪ੍ਰੋਬਲਮ ਇਹ ਹੈ ਇਸ ਬਿਮਾਰੀ ਦੀ ਵੀ ਕਿ ਇਹਦੇ 'ਚ ਜੇ ਕਿਸੇ ਨੂੰ ਹੋ ਜਾਂਦਾ ਪਿਕ ਕਰ ਲੈਂਦਾ ਇਹ ਵਾਇਰਸ ਉਹ 15 ਦਿਨ ਦੇ ਵਾਸਤੇ ਰਫਲੀ ਉਹਨੂੰ ਪਤਾ ਵੀ ਨਹੀਂ ਚੱਲਦਾ ਕਿ ਉਹਨੂੰ ਇਹ ਬਿਮਾਰੀ ਹੋ ਚੁੱਕੀ ਹੈ। ਤੇ ਇਨ ਦ ਮੇਨ ਟਾਈਮ ਉਹ 15 ਦਿਨ ਲੋਕਾਂ ਨੂੰ ਇਨਫੈਕਟ ਕਰ ਰਿਹਾ ਹੈਗਾ ਇਸ ਨਾਲ। ਤੇ ਇਸ ਕਰਕੇ ਬੜਾ ਰਿਸਕੀ ਕੰਮ ਹੈ ਇਹ। ਇਹਨਾਂ ਨੇ ਆਪਣਾ ਸਿਟੀ ਵਗੈਰਾ ਖੋਲੀ ਕਿਉਂਕਿ ਇਕੋਨਮੀ ਨੂੰ ਖੋਲਣਾ ਜ਼ਰੂਰੀ ਸੀਗਾ ਕਿ ਉਹਦੇ ਬਗੈਰ ਕੰਮ ਚੱਲਦਾ ਨਹੀਂ ਹੈ ਕਿ ਬਿਜ਼ਨਸ ਬੰਦ ਹੋ ਜਾਣਗੇ, ਅਨਇੰਪਲੋਇਮੈਂਟ ਹੁੰਦੀ ਹੈ, ਇਹਦੇ ਕਰਕੇ ਪ੍ਰੋਬਲਮਸ ਹੈ। ਤਾਂ ਉਹ ਸਿਟੀ ਸਟੇਜਿਸ ਤੇ 1 2 3 ਸਟੇਜਿਸ ਕੀਤੀ ਸੀ ਬੇਸਡ ਔਨ ਕਿੰਨੇ ਕੇਸਿਸ ਵਗੈਰਾ ਹੈਗੇ। ਇਹਦਾ ਮਤਲਬ ਇਹ ਬਿਲਕੁਲ ਨਹੀਂ ਹੈ ਕਿ ਪ੍ਰੋਬਲਮ ਚਲੀ ਗਈ ਹੈ ਆਪਾਂ ਵੀ ਕੈਨ ਗੋ ਬੈਕ ਟੂ ਨਾਰਮਲ। ਪਲੀਜ਼ ਡੋਂਟ ਡੂ ਦੈਟ ਮਿਸਟੇਕ। ਆਪਾਂ ਨੂੰ ਉਦਾਂ ਹੀ ਧਿਆਨ ਰੱਖਣਾ ਹੈਗਾ ਜਿਸ ਤਰ੍ਹਾਂ ਪਹਿਲਾ ਦਿਨ ਅਸੀਂ ਸੁਣਿਆ ਸੀ ਕੋਵਿਡ ਦੇ ਬਾਰੇ ਜਦ ਸਾਰਿਆਂ ਨੂੰ ਫਿਕਰ ਪੈ ਗਿਆ ਸੀਗਾ ਪਤਾ ਨਹੀਂ ਕੀ ਹੋ ਜਾਏਗਾ ਇਹਦੇ ਨਾਲ। ਉਹ ਹੋ ਰਿਹਾ ਜੋ ਕਿਹਾ ਸੀਗਾ ਤੇ ਏਦਾਂ ਹੀ ਅੱਗੇ ਹੋਈ ਜਾਣਾ ਜਦ ਤੱਕ ਇਹਦਾ ਇਲਾਜ ਨਾ ਨਿਕਲੇ। ਇਸ ਵੇਲੇ ਕੋਈ ਇਲਾਜ ਨਿਕਲਿਆ ਨਹੀਂ ਹੈ। ਇਹਦੇ
ਇਲਾਜ ਤੇ ਜਾਂ ਦਵਾਈ ਚਾਹੀਦੀ ਹੁੰਦੀ ਹੈ ਜਾਂ ਵੈਕਸੀਨ ਹੁੰਦੀ ਹੈ, ਤੇ ਵੈਕਸੀਨ ਹਾਲੇ ਨਿਕਲੀ ਨਹੀਂ ਹੈ, ਕੋਈ ਨਿਕਲਣ ਵਾਲੀ ਹੈਗੀ। ਅੱਜ ਇੰਡੀਆ ਨੇ ਅਨਾਉਂਸ ਕੀਤਾ ਹੈ ਕਿ ਕੋਸ਼ਿਸ਼ ਕਰੂੰਗੇ 15 ਅਗਸਤ ਤੱਕ ਕੋਈ ਵੈਕਸੀਨ ਨਿਕਲਿਆ, ਇੰਡੀਆ ਕੱਢ ਦੇ। ਉਹਦਾ US ਵੀ ਕਰ ਰਿਹਾ, ਸੋ ਟਰਾਈ ਕਿ ਮੇਰਾ ਥੋੜਾ ਨੈਕਸਟ ਕੁਐਸਚਨ ਹੈ ਵੈਕਸੀਨ ਦੇ ਬਾਰੇ ਹੀ ਸੀਗਾ ਕਿ ਲਾਈਕ ਜਿਵੇਂ ਇਹਦੇ ਵਿੱਚ ਕੀ ਪ੍ਰੋਗਰੈਸ ਹੋ ਰਹੀ ਹੈ, ਕੋਈ ਪਹਿਲਾਂ ਤੁਸੀਂ ਕੀ ਸਮਝਦੇ ਪਹਿਲਾਂ ਮੈਡੀਸਨ ਆਏਗੀ ਜਾਂ ਪਹਿਲਾਂ ਵੈਕਸੀਨ ਆਏਗਾ? ਵੈਕਸੀਨ ਵਾਲੀ ਪਹਿਲਾਂ ਆਏਗਾ, ਮੈਡੀਸਨ ਹਲੇ ਕੋਈ ਸੁਣੀ ਨਹੀਂ ਗੱਲ ਖਾਸ ਆਉਂਦੀ, ਕਿਉਂਕਿ ਮੈਡੀਸਨ ਨੂੰ ਟਾਈਮ ਵਗੈਰਾ ਵੀ ਕਾਫੀ ਜ਼ਿਆਦਾ ਲੱਗ ਜਾਂਦਾ ਹੈਗਾ। ਤੇ ਵੈਕਸੀਨ ਥੋੜੇ ਜਿਹਾ ਅੱਜ ਕੱਲ੍ਹ ਨਵੇਂ ਤਰੀਕੇ ਕੱਢੇ ਉਹਨਾਂ ਨੇ ਵੈਕਸੀਨ ਦੇ ਕੱਢਣ ਦੇ, ਉਹ ਉਹਨਾਂ ਦੇ ਥਰੂ ਵੈਕਸੀਨ ਆ ਰਹੀਆਂ ਹੈਗੀਆਂ, ਹਲੇ ਆਈ ਕੋਈ ਨਹੀਂ ਹੈ। ਮੋਸਟ ਲਾਈਕਲੀ ਆਪਾਂ ਇਸ ਸਾਲ ਨਹੀਂ ਦੇਖੋਗੇ ਵੈਕਸੀਨ ਨੂੰ, odds are very high ਕਿ ਅਸੀਂ ਅਗਲੇ ਸਾਲ ਵੈਕਸੀਨ ਨੂੰ ਦੇਖੋਗੇ। ਤੇ ਵੈਕਸੀਨ ਇੱਕ ਚੀਜ਼ ਦਾ ਧਿਆਨ ਜ਼ਰੂਰੀ ਹੈ, ਵੈਕਸੀਨ ਦੀ ਗੱਲ ਸਮਝਣੀ ਬਹੁਤ ਜ਼ਰੂਰੀ ਹੈ ਆਪਣੇ ਬੰਦਿਆਂ ਨੂੰ, ਕਿ ਵੈਕਸੀਨ ਪ੍ਰੀਵੈਂਟ ਕਰਦੀ ਹੈ ਹੋਣ ਤੋਂ। ਜਿਹਨੂੰ ਹੋ ਗਿਆ ਉਹਦਾ ਕੋਈ ਇਲਾਜ ਨਹੀਂ ਹੈ, ਉਹਨੂੰ ਤੇ ਮੈਡੀਸਨ ਦੀ ਹੀ ਲੋੜ ਪਏਗੀ, ਰਾਈਟ? ਹਾਂ, ਉੱਥੇ ਮੈਡੀਸਨ ਦੀ ਲੋੜ ਪਏਗੀ, ਹਲੇ ਕੋਈ ਮੈਡੀਸਨ ਹੈ ਨਹੀਂ ਇਹਦੇ ਵਾਸਤੇ। ਤੇ ਵੈਕਸੀਨ ਜਿਹੜੀ ਹੈ ਪ੍ਰੀਵੈਂਟ ਕਰਦੀ ਹੈ, ਤਾਂ ਹੋਣ ਤੋਂ ਪਹਿਲਾਂ ਜਿਹਨਾਂ ਨੂੰ ਨਹੀਂ ਹੋਇਆ ਉਹ ਵੈਕਸੀਨ ਲੈ ਲੈਂਦੇ ਆ, ਉਹਨਾਂ ਨੂੰ ਇਹ ਕਿ ਹੋਪਫੁਲੀ ਉਹ ਪ੍ਰੀਵੈਂਟ ਕਰੇਗੀ ਉਹਨਾਂ ਨੂੰ। ਇਨ ਦ ਮੀਨ ਟਾਈਮ ਤੁਹਾਡੀ ਨਿਊਜ਼ ਆਈ ਸੀ, ਆਪਣੀ ਕੈਨੇਡੀਅਨ ਗਵਰਨਮੈਂਟ ਨੇ ਫੰਡਿੰਗ ਰਿਲੀਜ਼ ਕੀਤੀ ਸੀਗੀ ਇਹਦੀ ਰਿਸਰਚ ਲਈ। ਕੀ ਤੁਸੀਂ ਜਾਣਦੇ ਕਿ ਸਾਡੀ ਵੈਕਸੀਨ ਦੀ ਰਿਸਰਚ ਕਿੱਥੇ ਤੱਕ ਪਹੁੰਚੀ, ਲਾਈਕ ਕੈਨੇਡੀਅਨਸ ਦੀ? ਅਸੀਂ ਨਿਊਜ਼ ਸੁਣਦੇ ਹਾਂ ਕਿ ਚਾਈਨੀਜ਼ ਉਸ ਸਟੈਪ ਤੇ ਪਹੁੰਚੇ ਆ, ਉਹ ਹੁਣ ਟਰਾਇਲ ਤੇ ਆ, ਹਾਲੇ ਇੰਡੀਅਨ ਉੱਥੇ ਪਹੁੰਚੇ ਆ, ਉਹ ਟਰਾਇਲ ਤੇ ਆ, ਬਟ ਕੈਨੇਡੀਅਨ ਵੈਕਸੀਨ ਜਿਹੜੀ ਆ ਉਹਦੀ ਰਿਸਰਚ ਜਿਹਦੇ ਵਾਸਤੇ ਇੰਨਾ ਫੰਡ ਆਲਰੇਡੀ ਗਿਆ ਹੋਇਆ, ਉਹ ਕਿਸ ਸਟੈਪ ਤੇ ਪਹੁੰਚੀ ਆ ਹੁਣ ਤੱਕ? ਉਹ ਵੀ ਹਲੇ ਥਰਡ ਸਟੇਜ ਤੇ, ਮੇਰੀ ਜਿਸ ਤਰ੍ਹਾਂ ਇਨਫੋਰਮੇਸ਼ਨ ਹੈ ਹਲੇ ਥਰਡ ਸਟੇਜ ਤੇ ਪਹੁੰਚੀ ਨਹੀਂ ਹੋ। ਵੈਕਸੀਨ ਦੀ 4 ਸਟੇਜਾਂ ਹੁੰਦੀਆਂ, ਜਿਸ ਤੋਂ ਪਹਿਲਾਂ ਇੰਪਰੂਵ ਕਰਦੇ ਆ, ਤਾਂ ਵਾਟ ਦੇ ਆਰ ਡੂਇੰਗ ਇਜ਼ ਦੇ ਜੰਪਿੰਗ ਮੇਬੀ 3rd and 4th ਇਕੱਠਾ ਕਰ ਦੂੰਗੇ ਲੋਕ, ਮਗਰ 3rd ਸਟੇਜ ਹਲੇ ਆਣੀ ਹੈ, ਉਹਦੀ ਆ ਜਾਏਗੀ। ਵੈਕਸੀਨ ਤਾਂ ਬਹੁਤ ਹੈ, ਆਮ ਨਾਟ ਵਰੀਡ ਕਿ ਵੈਕਸੀਨ ਆਏਗੀ ਨਹੀਂ ਆਏਗੀ, ਪਰ ਇਹ ਹੈ ਕਿ ਇਹ ਕਰਨਾ ਹੈਗਾ ਕਿ ਕਿਤੇ ਜਲਦਬਾਜ਼ੀ 'ਚ ਵੈਕਸੀਨ ਗਲਤ ਨਾ ਯੂਜ਼ ਕਰੇ ਬੰਦੇ, ਤੇ ਉਹਨਾਂ ਨੇ ਟੈਸਟ ਕਰਨਾ ਹੁੰਦਾ ਹੈ, ਉਹਨਾਂ ਨੂੰ ਮੇਕ ਸ਼ੋਰ ਕਰਨਾ ਹੁੰਦਾ ਕਿ ਵੀ ਇਹਦੇ ਕੋਈ ਸਾਈਡ ਇਫੈਕਟ ਵਗੈਰਾ ਨਹੀਂ ਹੈ। ਇਸ ਕਰਕੇ ਟਾਈਮ ਲੱਗਦਾ ਹੈ। ਇਹਦਾ ਮਤਲਬ ਇਹ ਕਿ ਰਿਸਰਚ ਲਾਈਕ ਯੂਨੀਵਰਸਿਟੀ ਆਫ ਟੋਰਾਂਟੋ ਕਰ ਰਹੀ ਸੀਗੀ, ਕਾਫੀ ਐਕਟਿਵਲੀ ਕਰ ਰਹੇ ਹੈਗੇ ਇਸ ਵੇਲੇ, ਉਹ ਵੀ ਲੱਗੇ ਹੋਏ ਹੈਗੇ, ਬਹੁਤ ਕੰਪਨੀਆਂ, ਬਹੁਤ ਆਰਗੇਨਾਈਜੇਸ਼ਨਸ ਲੱਗੀਆਂ ਹੋਈਆਂ ਇਸ ਵੇਲੇ ਵਰਲਡ ਵਾਈਡ, ਕੈਨੇਡਾ ਵੀ, US ਵੀ, ਇੰਡੀਆ ਵੀ, ਚਾਈਨਾ ਵੀ, ਸਾਰੇ ਪਾਸੇ ਲੱਗੀਆਂ ਪਈਆਂ, ਕਈ 100 ਵੈਕਸੀਨ ਤਿਆਰ ਹੋ ਰਹੀਆਂ ਇਸ ਵੇਲੇ। ਮਗਰ ਇਹ ਹੈ ਕਿ ਟਾਈਮ ਚਾਹੀਦਾ ਹੁੰਦਾ ਹੈ, ਉਹਨਾਂ ਨੂੰ ਟੈਸਟ ਟੂਸਟ ਕਰਨਾ ਹੁੰਦਾ, ਉਹਨਾਂ ਨੇ ਪਹਿਲਾਂ ਵੈਕਸੀਨ ਦਾ ਮਤਲਬ ਹੈ ਕਿ ਹਾਂਜੀ ਉਹਦੇ ਟੈਸਟ ਜਦ ਤੱਕ ਉਹਦੇ ਰਿਜ਼ਲਟ ਆਉਣਗੇ, ਹੁਣ ਦੇਖੋਗੇ ਕੋਈ ਸਾਈਡ ਇਫੈਕਟ ਨਹੀਂ ਹੈਗੇ ਜਾਂ ਠੀਕ ਹੈ, ਫਿਰ ਉਹ ਕਰਦੇ ਹੈਗੇ। ਮੋਸਟ ਲਾਈਕਲੀ ਉਮੀਦ ਹੈ ਨੈਕਸਟ ਈਅਰ ਹੋਏਗੀ ਵੈਕਸੀਨ ਅਵੇਲੇਬਲ, ਇਸ ਸਾਲ ਘੱਟ ਉਮੀਦ ਹੈ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਤੁਹਾਡਾ ਸਵਾਗਤ ਹੈ। ਜਿੱਦਾਂ ਕਿ ਅੱਜ ਸਾਡੇ ਸਟੂਡੀਓ ਦੇ ਵਿੱਚ ਆਪਾਂ ਬਾਈ ਵਰਚੁਅਲ ਗੱਲ ਕਰ ਰਹੇ ਹਾਂ ਮਿਸਟਰ ਦੇਵ ਕਪਿਲ ਨਾਲ, ਅਤੇ ਉਹਨਾਂ ਨਾਲ ਬ੍ਰੇਕ ਤੋਂ ਜਾਣ ਤੋਂ ਪਹਿਲਾਂ ਸਾਡੇ ਨਾਲ ਗੱਲ ਹੋ ਰਹੀ ਸੀਗੀ ਕਿ ਜਿਵੇਂ ਹੁਣ ਸਕੂਲ ਸਤੰਬਰ 2020 ਦੇ ਵਿੱਚ ਖੁੱਲ੍ਹ ਜਾਣੇ ਆ, ਅਤੇ ਇਹਦੇ ਵਿੱਚ ਉਹਨਾਂ ਨੇ ਬੱਚਿਆਂ ਦੀ ਸੇਫਟੀ ਲਈ ਅਤੇ ਕੀ ਇੰਤਜ਼ਾਮ ਸਕੂਲ ਵਿੱਚ ਕੀਤੇ ਹੋਏ ਆ, ਕਿਉਂਕਿ ਮਿਲੇ ਜੁਲੇ ਜੀ ਪ੍ਰਤੀਕਿਰਿਆ ਆ ਰਹੀ ਆ ਪੇਰੈਂਟਸ ਦੇ ਵੱਲੋਂ। ਕੋਈ ਕਹਿ ਰਿਹਾ ਕਿ ਅਸੀਂ ਸਕੂਲ ਬੱਚਿਆਂ ਨੂੰ ਭੇਜਣਾ ਆ, ਕੋਈ ਕਹਿ ਰਿਹਾ ਕਿ ਅਸੀਂ ਨਹੀਂ ਭੇਜਣਾ। ਸੋ ਇਹ ਸਭ ਉੱਤੇ ਕੀ ਗਵਰਨਮੈਂਟ ਨੇ ਕੀ ਸੋਚਿਆ, ਕਿੱਦਾਂ ਦੀ ਪਲੈਨਿੰਗ ਕੀਤੀ ਹੈ ਉਹਨਾਂ ਨੇ, ਕਿੱਦਾਂ ਦੀ ਸੇਫਟੀ COVID-19 ਦੇ ਦੌਰਾਨ, ਕਿੱਦਾਂ ਦੇ ਉਹਨਾਂ ਨੇ ਪ੍ਰੀਕਾਸ਼ਨਸ ਰੱਖਣ ਬਾਰੇ ਕੀ ਪਲੈਨਿੰਗ ਕੀਤੀ ਹੈ ਸਕੂਲ 'ਚ? ਆਓ ਇਹਦੇ ਬਾਰੇ ਜਾਣਦੇ ਹਾਂ। ਹਾਂਜੀ ਦੇਵ ਜੀ। ਹਾਂਜੀ, ਏਦਾਂ ਹੈਗਾ ਕਿ ਜਿਹੜੇ ਬੱਚਿਆਂ ਦਾ ਸਕੂਲ ਖੋਲਣਾ ਹੈਗਾ, ਉਹ ਸੇਮ ਜਿਹੜਾ ਇਕਨੋਮਿਕ ਬਿਜ਼ਨਸ ਵਗੈਰਾ ਖੋਲਣੇ ਸੀਗੇ, ਉਹਦੇ ਨਾਲ ਸੋਚ ਕੇ ਇਹਨਾਂ ਨੇ ਮੇਰੇ ਹਿਸਾਬ ਨਾਲ ਸਕੂਲ ਖੋਲੇ ਬੱਚਿਆਂ ਦੇ। ਦੋ ਚੀਜ਼ਾਂ ਮਾਈਂਡ 'ਚ ਰੱਖਣ ਵਾਲੀ ਗੱਲ ਹੈ, ਉਹਨਾਂ ਨੇ ਇਹ ਵੀ ਕਿਹਾ ਨਾਲੇ ਕਿ ਜਿਹੜੇ ਪੇਰੈਂਟਸ ਚਾਹੁੰਦੇ ਨਹੀਂ ਆਪਣੇ ਬੱਚਿਆਂ ਨੂੰ ਜਾਣਾ ਸਕੂਲ, ਉਹ ਨਹੀਂ ਭੇਜੋ, ਆਨਲਾਈਨ ਪ੍ਰੋਗਰਾਮਸ ਵੀ ਹੈਗਾ ਉਹਨਾਂ ਦਾ, ਤੇ ਜਿਨ੍ਹਾਂ ਨੇ ਸਕੂਲ ਜਾਣਾ ਹੈਗਾ ਉਹਨੂੰ ਭੇਜ ਸਕਦੇ ਹੈਗੇ। ਜਿਹੜੀ ਸਾਨੂੰ ਸਾਰਿਆਂ ਨੂੰ ਧਿਆਨ ਰੱਖਣ ਵਾਲੀ ਗੱਲ ਹੈ, ਉਹ ਇਹ 2 ਗੱਲਾਂ ਹੈਗੀਆਂ। ਤਾਂ ਬੱਚੇ ਜਿਹੜੇ ਆਪਣੇ ਹੈਗੇ, ਉਹ ਇਫ ਪਰਸਨਲੀ ਉਹਨਾਂ ਨੂੰ ਇਫੈਕਟ ਪੈਂਦਾ ਹੈਗਾ, ਮਗਰ ਘੱਟ ਹੈਗਾ ਕੰਪੇਅਰ ਟੂ ਐਡਲਟਸ। ਮਗਰ ਪ੍ਰੋਬਲਮ ਵਾਲੀ ਗੱਲ ਹੈ ਕਿ ਜੇ ਕਿਸੇ ਬੱਚੇ ਨੇ ਪਿਕ ਕਰ ਲਿਆ, ਜਦੋਂ ਘਰ ਆਉਂਦਾ ਹੈਗਾ, ਪਹਿਲੀ ਗੱਲ ਤਾਂ ਸਕੂਲ 'ਚ ਹੋਰ ਬੱਚਿਆਂ ਨੂੰ ਦੇ ਸਕਦਾ ਹੈਗਾ, ਦੂਜਾ ਹੈਗਾ ਜਦ ਘਰ ਆਉਂਦਾ ਹੈਗਾ ਉਹ ਫਿਰ ਘਰਦਿਆਂ ਨੂੰ ਦੇ ਸਕਦਾ ਹੈ। ਜੇ ਗੁਆਂਢੀਆਂ ਨਾਲ ਖੇਡਦਾ ਪਿਆ, ਉਹ ਗੁਆਂਢੀਆਂ ਨੂੰ ਦੇ ਸਕਦਾ ਹੈਗਾ। ਜੇ ਘਰ ਰਿਲੇਟਿਵ ਆਉਂਦੇ ਆ ਜਾਂ ਬਜ਼ੁਰਗ ਘਰ ਆਉਂਦੇ ਆ, ਉੱਥੇ ਰਿਸਕ ਹੈ। ਤੇ ਕੱਲਾ ਬੱਚੇ ਦਾ ਕੱਲਾ ਰਿਸਕ ਨਹੀਂ ਹੈ, ਰਿਸਕ ਟੋਟਲ ਹੈਗਾ ਉਹਦਾ ਸਭ ਤੋਂ ਵੱਡੀ ਇਸ਼ੂ ਹੈ। ਠੀਕ ਹੈ, ਤੇ ਉਹਦਾ ਬਸ ਇਲਾਜ ਆਹੀ ਹੈ, ਤੁਸੀਂ ਕੋਸ਼ਿਸ਼ ਕਰੋ ਬੱਚਿਆਂ ਨੂੰ ਸਕੂਲ ਵਾਲੇ, ਆਮ ਹੋਪਿੰਗ ਕਿ ਤੁਸੀਂ ਪਰਸਨਲੀ I wish ਆਪਣੀ ਗਵਰਨਮੈਂਟਸ ਮੇਡ ਮਾਸਕਸ ਮੈਂਡੇਟਰੀ, ਬੱਚੇ ਹੋਵੇ ਬੜੇ ਹੋਵੇ,
ਤੇ ਉਹ ਮਾਸਕ ਮੈਂਡੇਟਰੀ, ਉਹ ਤੋਂ ਫਿਰ ਉਹੀ ਇਸ ਵੇਲੇ ਜਿਹੜੇ ਆਪਣੇ ਟੂਲ ਬਾਕਸ 'ਚ ਦਵਾਈ ਹੈ ਜਿਹੜੀ ਹੈ ਨਾ ਇਸ ਵੇਲੇ, ਉਹ ਦਵਾਈ ਸਿਰਫ ਮਾਸਕ ਹੈਗੀ ਇਸ ਵੇਲੇ ਫਿਲਹਾਲ, ਕਿ ਜੇ ਸਾਰੇ ਮਾਸਕ ਪਾਏ ਫਿਰ ਉਹ ਫੈਲਦਾ ਨਹੀਂ ਹੈ। ਤਾਂ ਵਿੱਚ ਉਹਨਾਂ ਨੇ ਉਹ ਕੰਪਲਸਰੀ ਜਾਂ ਕਰਤਾ ਹੁੰਦਾ, ਮੈਂਡੇਟਰੀ ਕੀਤਾ ਹੁੰਦਾ ਕਿ ਪਾਣੀ ਪਾਣੇ ਹੈਗੇ ਮਾਸਕ, ਮਗਰ ਬੱਚੇ ਛੋਟੇ ਕਿ ਮੈਨੇਜ ਕਰਨਾ ਔਖਾ ਹੁੰਦਾ ਹੈਗਾ। ਹਾਂਜੀ, ਕਿੰਡਰਗਾਰਟਨ ਦੇ ਬੱਚੇ ਬਹੁਤ ਛੋਟੇ ਨੇ, ਉਹਨਾਂ ਲਈ ਮਾਸਕ ਨੂੰ ਲਾਈਕ ਮੈਨੇਜ ਕਰਨਾ, ਉਹਨਾਂ ਦੇ ਅੱਖਾਂ 'ਚ ਉੱਪਰ ਜਾ ਸਕਦਾ ਆ, ਉਹ ਗਿਰ ਸਕਦੇ ਨੇ, ਜਾਂ ਕਈ ਵਾਰੀ ਜ਼ਿਆਦਾ ਟਾਈਟ ਹੋ ਗਿਆ ਉਹਨਾਂ ਨੂੰ ਸਾਹ ਲੈਣ 'ਚ ਪ੍ਰੋਬਲਮ ਆ ਸਕਦੀ ਹੈ, ਕਿਉਂਕਿ ਬੱਚੇ ਕਈ ਵਾਰੀ ਬੋਲ ਕੇ ਨਹੀਂ ਦੱਸ ਸਕਦੇ, ਜ਼ਿਆਦਾ ਹੀ ਛੋਟੇ ਹੁੰਦੇ ਹੈ। ਅਤੇ ਇੱਕ ਚੀਜ਼ ਹੋਰ ਹੈ, ਜਿਹੜੇ ਵੱਡੇ ਹੈ ਜਿਨ੍ਹਾਂ ਵਾਸਤੇ ਮਾਸਕ ਪੂਰੀ ਲਾਈਕ ਜਿੰਨਾ ਚਿਰ ਉਹ ਸਕੂਲ 'ਚ ਰਹਿਣਗੇ ਉਹਨਾਂ ਵਾਸਤੇ ਮਾਸਕ ਜ਼ਰੂਰੀ ਨੇ, ਪਰ ਉਹ ਸਕੂਲ 'ਚ ਲਾਈਕ ਖਾਣਾ ਵਾ ਖਾਣਗੇ ਉਸ ਟਾਈਮ 'ਤੇ ਮਾਸਕ ਹਟਾਉਣਗੇ, ਔਰ ਉਸ ਟਾਈਮ ਇੱਕੋ ਹੀ ਕੈਫੇਟੇਰੀਆ ਦੇ ਵਿੱਚ ਉਹ ਖਾਣਾ ਖਾਣਗੇ, ਅਤੇ ਉਦੋਂ ਵੀ ਤਾਂ ਵਾਇਰਸ ਸਪਰੈਡ ਹੋ ਸਕਦਾ। ਐਬਸੋਲੂਟਲੀ 100% ਤੁਹਾਡੀ ਗੱਲ ਠੀਕ ਹੈ। ਬਹੁਤ ਗੱਲਾਂ ਸਾਰੀਆਂ, ਬੱਚੇ ਖੇਲਦੇ ਆਪਸ 'ਚ, ਬੱਚਿਆਂ ਨੂੰ ਤੁਸੀਂ ਧਿਆਨ ਕਿੱਦਾਂ ਰੱਖੋਗੇ ਜੀ, ਛੋਟੇ ਬੱਚੇ ਖਾਸ ਕੇ ਕਿੱਦਾਂ ਧਿਆਨ ਰੱਖੋਗੇ, ਸਿਰ ਤੇ ਬੰਦਾ ਖੜਾ ਨਹੀਂ ਹੋ ਸਕਦਾ 24 ਘੰਟੇ ਕਿ ਕਿਆ ਨਹੀਂ ਕਰਦੇ ਪਏ, ਉਹ ਜੱਫੀਆਂ ਪਾਲਣ ਦੂਜੇ ਨਾਲ ਸਭ ਕੁਝ ਕਰਦੇ ਹੈ, ਤਾਂ ਰਿਸਕ ਹੈਗਾ। ਤਾਂ ਮੇਰੀ ਪਰਸਨਲ ਰਾਏ ਹੈਗੀ ਕਿ ਹਰ ਇੱਕ ਦੀ ਸਿਚੁਏਸ਼ਨ ਡਿਫਰੈਂਟ ਹੈ, ਇਕਨੋਮਿਕਲੀ ਕਿੱਦਾਂ ਸਿਚੁਏਸ਼ਨ ਕਿਹਦੀ ਹੈ। ਜੇ ਬੱਚੇ ਮੈਨੇਜ ਕਰ ਸਕਦੇ ਹੋ ਘਰੋਂ, ਮੈਂ ਤਾਂ ਪਰਸਨਲੀ ਆਪਣੇ ਬੱਚਿਆਂ ਨੂੰ ਉਹ ਕਰਾਂਗਾ, ਮੈਂ ਛੇਤੀ ਕਿਤੇ ਬਾਹਰ ਭੇਜਣ ਵਾਲਾ ਨਹੀਂ ਹੈ ਜੇ ਮੇਰੇ ਕੋਲ ਛੋਟੇ ਬੱਚੇ ਹੁੰਦੇ ਅੱਜ। ਮਗਰ ਜੇ ਤੁਹਾਨੂੰ ਜ਼ਰੂਰੀ ਹੈ ਤਾਂ ਭੇਜੋ, ਮਗਰ ਇਹ ਹੈ ਕਿ ਫਿਰ ਤੁਸੀਂ ਗੱਲ ਕਰੋ ਤੇ ਅੰਡਰਸਟੈਂਡਿੰਗ ਲੈ ਲਓ ਬੈਟਰ ਕਿ ਕੀ ਪ੍ਰੋਟੋਕਾਲ ਉਹ ਲੋਕ ਫੋਲੋ ਕਰ ਰਹੇ ਹੈਗੇ ਟੂ ਪ੍ਰੋਟੈਕਟ ਯੂਰ ਕਿਡਸ। ਮਗਰ ਇਹਦੇ ਵਿੱਚ ਗੱਲ ਹੈ ਕਿ ਬੱਚਾ ਘਰ ਆਉਂਦਾ ਹੈਗਾ। ਹਾਂਜੀ, ਇਹਦੇ ਵਿੱਚ ਇੱਕ ਚੀਜ਼ ਹੋਰ ਵੀ ਆਈ ਹੈ ਕਿ ਉਹਨਾਂ ਨੇ ਕੁਝ ਇੱਦਾਂ ਦਾ ਵੀ ਕਿਹਾ ਹੈ ਕਿ ਜੇ ਸਪੋਜ਼ ਤੁਸੀਂ ਇੱਕ ਆਪਸ਼ਨ ਅਸੈਪਟ ਕਰ ਲੈਂਦੇ ਹੋ ਕਿ ਤੁਸੀਂ ਔਨਲਾਈਨ ਕਰੋਗੇ ਜਾਂ ਤੁਸੀਂ ਸਕੂਲ 'ਚ ਕਰੋਗੇ, ਤਾਂ ਉਹ ਟਿਲ ਮਾਰਚ ਤੱਕ ਤੁਸੀਂ ਉਹਨੂੰ ਸਵਿਚ ਨਹੀਂ ਕਰ ਸਕਦੇ। ਅਤੇ ਲਾਈਕ ਜੇ ਸਪੋਜ਼ ਕਿਸੇ ਨੂੰ ਨਹੀਂ ਠੀਕ ਲੱਗਦਾ, ਉਹਨੇ ਜੇ ਸਕੂਲ ਜਾਣਾ ਚੂਜ਼ ਕਰ ਲਿਆ ਆ, ਬਟ ਇਨ ਦਾ ਮਿਡਲ ਉਹਨੂੰ ਲੱਗਦਾ ਹੈ ਕਿ ਇਟਸ ਨਾਟ ਸੇਫ, ਸੋ ਉਹ ਔਨਲਾਈਨ ਬੈਕ ਨਹੀਂ ਆ ਸਕਦਾ। ਇੱਦਾਂ ਦਾ ਕਿਉਂ ਇਹਨਾਂ ਨੇ ਰੱਖਿਆ ਆ? Okay, I honestly don't know the detail, ਉਸ ਚੀਜ਼ ਦਾ ਮੈਨੂੰ ਪਤਾ ਨਹੀਂ ਹੈ, ਮਗਰ that is a very wrong one. I think ਆਪਣੇ ਪੇਰੈਂਟਸ ਨੂੰ ਕਹਿਣਾ ਚਾਹੀਦਾ ਹੈ, ਆਪਣੇ MPPs ਨੂੰ, ਆਪਣੇ ਸਾਰੇ ਪਾਸੇ ਬੇਸਿਕਲੀ MPPs ਨੂੰ, ਕਿ ਇਹ ਫਲੈਕਸੀਬਿਲਿਟੀ ਦਿਓ, ਏਦਾਂ ਨਾ ਕਰੋ। ਉਹਨਾਂ ਨੇ ਮੈਨੂੰ ਲੱਗਦਾ ਹੈ ਲੌਜੀਕਲੀ ਐਸ ਕਰ ਰੱਖਿਆ ਹੈ ਕਿਉਂਕਿ ਤੁਸੀਂ ਹੁਣ ਟੀਚਰਸ ਰਾਏ ਸੈੱਟ ਕਰਦੇ ਹੈਗੇ, 15 ਬੱਚੇ ਆਣੇ ਆ ਕਲਾਸ ਦੇ ਵਿੱਚ, ਸਡਨਲੀ ਹੁਣ 2 ਬੱਚੇ ਆਣਗੇ, ਫਿਰ ਵਰਥਵਾਈਲ ਨਹੀਂ ਹੈ, ਪੂਰਾ ਸਕੂਲ ਖੁੱਲਿਆ, ਬੱਚੇ ਘਰ ਹੈ, ਤਾਂ ਦੇ ਸੌਟ ਆਫ ਵਾਂਟ ਟੂ ਮੇਕ ਇਟ ਮੈਂਡੇਟਰੀ। ਆਈ ਡੋਨਟ ਥਿੰਕ ਜੇ ਤੁਹਾਡਾ ਬੱਚਾ ਗਿਆ ਸਕੂਲ ਤੇ ਨਹੀਂ ਕਰ ਸਕਦਾ ਤੇ ਆਮ ਸ਼ੋਰ ਦੇ ਵਿਲ ਫਾਈਂਡ ਅ ਵੇ ਟੂ ਅਕੋਮੋਡੇਟ, ਤੇ ਮੇਰੇ ਹਿਸਾਬ ਨਾਲ ਲੌਜੀਕਲੀ ਇਟ ਮੇਕਸ ਨੋ ਸੈਂਸ। ਇੱਕ ਚੀਜ਼ ਹੋਰ ਇਹਦੇ ਵਿੱਚ ਦੇਖਣ ਵਾਲੀ ਹੈਗੀ ਹੈ ਕਿ ਜਿਹੜਾ ਆਨਲਾਈਨ ਕੈਰੀਕੂਲਮ ਚੱਲੇਗਾ ਜਾਂ ਜਿਹੜਾ ਸਕੂਲ ਚੱਲੇਗਾ ਉਹ ਸੇਮ ਹੋਏਗਾ? ਹੋਣਾ ਤਾਂ ਸੇਮ ਚਾਹੀਦਾ ਹੈਗਾ, ਕਰਿਕੂਲਮ ਸ਼ੁੱਡ ਬੀ ਸੇਮ ਬੇਸਿਕਲੀ, ਫਰਕ ਨਹੀਂ ਹੋਣਾ ਚਾਹੀਦਾ ਜ਼ਿਆਦਾ। ਮਗਰ ਇਹ ਹੈ ਕਿ ਜਿਹੜਾ ਬੱਚਾ ਸਕੂਲ ਜਾਂਦਾ ਉਹਦੀ ਗੱਲ ਹੋਰ ਹੁੰਦੀ ਹੈਗੀ ਕਿ ਇਕੱਲੀ ਪੜ੍ਹਾਈ ਦੀ ਗੱਲ ਨਹੀਂ ਹੁੰਦਾ, ਹੋਰ ਗੱਲਾਂ ਹੁੰਦੀਆਂ, ਪਰ ਸਿੱਖਦਾ ਬੱਚਾ ਜਾਂਦਾ ਹੈ, ਉਹਦਾ ਫਾਇਦਾ ਹੁੰਦਾ। ਮਗਰ ਇਹ ਰਿਸਕੀ ਟਾਈਮ ਹੈ, ਮਗਰ ਮੈਂ ਜਰਾ ਪਰਸਨਲੀ ਆਈ ਵੁੱਡ ਹੋਲਡ ਬੈਕ ਇਫ ਆਈ ਕੈਨ। ਵੈਕਸੀਨ ਵਗੈਰਾ ਆ ਜਾਏ ਉਹਦੇ ਬਾਅਦ ਫਿਰ ਮੇਬੀ ਆਈ ਵੁੱਡ ਬੀ ਮੋਰ ਕੰਫਰਟੇਬਲ ਇਨ ਸੈਂਡਿੰਗ ਮਾਈ ਕਿਡਸ ਟੂ ਸਕੂਲ। I personally would avoid that. Yeah, absolutely. So parents ਜਿਹੜੇ ਨਹੀਂ ਸੇਫ ਫੀਲ ਕਰਦੇ ਆ ਇਸ ਕੋਵਿਡ ਦੇ ਦੌਰਾਨ ਆਪਣੇ ਕਿਡਸ ਨੂੰ ਸਕੂਲ ਭੇਜਣਾ, ਸੋ ਉਹਨਾਂ ਕੋਲ ਆਪਸ਼ਨ ਹੈਗੀ ਆ ਕਿ ਆਨਲਾਈਨ ਵੀ ਚੂਜ਼ ਕਰ ਸਕਦੇ ਨੇ। ਅਤੇ ਖੈਰ ਬਾਕੀ ਇਹਦੇ ਬਾਰੇ ਡਿਟੇਲ ਜਿਵੇਂ ਗੌਰਮੈਂਟ ਵੱਲੋਂ ਆਏਗੀ ਉਵੇਂ ਤੁਹਾਨੂੰ ਰਿਲੀਜ਼ ਕਰ ਦਿੱਤੀ ਜਾਵੇਗੀ। ਸੋ ਦੇਵ ਜੀ, ਅੱਗੇ ਆਪਾਂ ਚੱਲਦੇ ਹਾਂ ਥੋੜ੍ਹਾ ਜਿਹਾ ਇਕੋਨਮੀ ਵੱਲ, ਕਿ ਇਸ ਪੈਂਡੈਮਿਕ ਨੇ ਸਾਡੀ ਕੈਨੇਡੀਅਨ ਇਕੋਨਮੀ ਨੂੰ ਬਹੁਤ ਬੁਰੀ ਤਰ੍ਹਾਂ ਹਿੱਟ ਕੀਤਾ ਆ, ਜੌਬ ਵੀ ਬਹੁਤ ਗਈਆਂ ਨੇ, ਅਤੇ ਤੁਹਾਡੀ ਕੀ ਪ੍ਰੈਡਿਕਸ਼ਨ ਆ ਵੀ ਇਹ ਅਸੀਂ ਕਦ ਤੱਕ ਇਹਦੇ ਤੋਂ ਓਵਰਕਮ ਹੋ ਜਾਵਾਂਗੇ? ਕੋਈ ਆਈਡੀਆ? ਇਕੋਨਮੀ ਵਾਈਜ਼ ਜਿਹੜਾ ਹੈਗਾ ਇਹ ਤਾਂ ਕੱਲੀ ਕੈਨੇਡਾ ਦੀ ਗੱਲ ਨਹੀਂ ਹੈ, ਵਰਲਡ ਵਾਈਡ ਹੈ, ਸਾਰੇ ਪਾਸੇ ਸੇਮ ਪ੍ਰੋਬਲਮ ਹੈਗੀ, ਕਿਉਂਕਿ ਇਹ ਜਿਹੜਾ ਵਾਇਰਸ ਹੈ ਸਾਰੀ ਦੁਨੀਆ 'ਚ ਫੈਲਿਆ ਹੋਇਆ ਹੈਗਾ। ਇਹ ਜਦ ਤੱਕ ਇਹਦੇ ਮੇਰੇ ਖਿਆਲ ਨਾਲ ਹਾਲੇ ਸਾਲ, 1.5 ਸਾਲ, 2 ਸਾਲ ਕੰਮ ਖਰਾਬ ਹੋ ਸਕਦਾ ਹੈਗਾ, ਕਿ ਆਈ ਡੋਨਟ ਥਿੰਕ ਇਹ ਵਾਇਰਸ ਛੇਤੀ ਕਿਤੇ ਜਾਣ ਵਾਲਾ ਹੈਗਾ। ਇਹ ਸਾਡਾ ਹੁਣ ਨਵਾਂ ਲਾਈਫ ਸਟਾਈਲ ਆ ਗਿਆ ਹੈਗਾ, ਤੇ ਸਾਨੂੰ ਇਹਦੇ ਬਾਰੇ ਸਮਝਣਾ ਸਿੱਖਣਾ ਬਹੁਤ ਜ਼ਰੂਰੀ ਹੈ, ਤੇ ਉਹ ਸਾਰਾ ਕਰਨਾ ਪਏਗਾ। ਇਕੋਨਮੀ ਵਾਈਜ਼ I think government have been printing money, have been borrowing money to help ਫੈਮਲੀਆਂ ਨੂੰ, ਤੇ ਉਹ ਕਰੀ ਜਾਓਗੇ। ਮੈਨੂੰ ਉਮੀਦ ਹੈ ਕਿ ਗਵਰਨਮੈਂਟਾਂ ਕਰੀ ਜਾਓਗੀਆਂ ਹੈਲਪ, ਕਿ ਏਦਾਂ ਮਤਲਬ
ਪ੍ਰੋਬਲਮ ਫੈਮਿਲੀ ਨਾ ਆਵੇ। ਮਗਰ ਇਹ ਹੈ ਕਿ ਇਕਨੋਮੀ ਵਿਲ ਬੀ ਸਲੋ ਫॉर ਸ਼ੋਰ ਫॉर ਐਟਲੀਸਟ 2 ਤੋਂ 4 ਸਾਲ। ਇਹਦਾ ਇਫੈਕਟ ਜਿਹੜਾ ਹੈਗਾ ਇਕਨੋਮੀ ਦਾ ਜਿਹੜਾ ਅੱਜ ਹੋ ਰਿਹਾ ਇਹ ਤਾਂ ਛੋਟਾ ਇਫੈਕਟ ਹੈ, ਇਹਦਾ ਅੱਗੇ ਦਾ ਵੀ ਬਹੁਤ ਇਫੈਕਟ ਹੈਗਾ। ਜਦ ਤੁਹਾਡੀ ਬਿਜ਼ਨੈਸਿਸ ਬੰਦ ਹੋ ਜਾਂਦੇ ਆ ਇਹਦਾ ਫਿਰ ਕਈ ਸਾਲ ਇਫੈਕਟ ਆਉਂਦਾ ਹੈ। ਤਾਂ ਥਿੰਗਸ ਵਿਲ ਬੀ ਡਿਫਿਕਲਟ ਫॉर ਨੰਬਰ ਆਫ ਇਅਰਸ ਯੈਟ। ਇਹ ਛੇਤੀ ਕਿਤੇ ਪ੍ਰੋਬਲਮ ਜਾਣ ਵਾਲੀ ਨਹੀਂ ਹੈ, ਮਗਰ ਇਹ ਹੈ ਕਿ ਕਿਉਂਕਿ ਟੋਟਲ ਸਿਸਟਮ ਚੇਂਜ ਹੋ ਰਿਹਾ ਹੈਗਾ, ਕੰਪਨੀਆਂ ਦਾ ਸਿਸਟਮ ਚੇਂਜ ਹੋ ਰਿਹਾ ਹੈ, EMPLOYEE ਜਿਹੜੇ ਘਰੋਂ ਕੰਮ ਕਰ ਸਕਦੇ ਆ ਉਹ ਕਹਿੰਦੇ ਉੱਥੋਂ ਕੰਮ ਕਰੋ, ਤੇ ਕਈ ਗੱਲਾਂ ਹੈਗੀਆਂ। It's very tricky, but it's going to be bad, I think, for the next 2-3 years at least, maybe 5, quite frankly. ਤੇ ਹੁਣ ਜਦੋਂ ਫੇਜ਼ 3 ਦੇ ਵਿੱਚ ਕੁਝ ਕੁ ਬਿਜ਼ਨਸ ਓਪਨ ਹੋ ਗਏ ਨੇ, ਤੁਹਾਨੂੰ ਲੱਗਦਾ ਹੈ ਕਿ ਸਾਡੇ ਕੈਨੇਡੀਅਨਸ ਨੂੰ ਜੌਬਸ ਬੈਕ ਮਿਲ ਜਾਣਗੀਆਂ? ਬਿਕਾਜ਼ ਸਿਨੈਰੀਓ ਇਹ ਹੈ ਕਿ ਲੋਕ ਹਾਲੇ ਵੀ ਡਰਦੇ ਆ ਬਾਹਰ ਜਾਣ ਨੂੰ, ਰਾਈਟ? ਨਹੀਂ, ਉਹ ਬਹੁਤ ਡਰਨਾ ਜ਼ਰੂਰੀ ਹੈ। ਤੁਸੀਂ ਇਹ ਹੈ ਕਿ ਲਾਈਕ ਟੂ ਮੀ ਇਹ ਤਾਂ ਸਾਡੇ ਹੱਥ 'ਚ ਹੈ। ਸੱਚੀ ਗੱਲ ਪੁੱਛੋ, ਇਹ ਸਾਡੇ ਜਨਤਾ ਦੇ ਹੱਥ 'ਚ ਹੈਗਾ ਕਿ ਅੱਗੇ ਕਿੱਦਾਂ ਜਾਣਾ ਆਪਣਾ, ਇਕਨੋਮੀ ਵਾਈਜ਼, ਬਿਜ਼ਨਸ ਵਾਈਜ਼ ਕਿੱਦਾਂ ਕੰਮ ਚੱਲਣਾ, ਇਹ ਸਾਡੇ ਹੱਥ 'ਚ ਹੈ। ਉਹ ਮੈਂ ਇਸ ਕਰਕੇ ਕਹਿ ਰਿਹਾ ਕਿ ਆਪਾਂ ਜੇ ਮਾਸਕ ਹੋਏਗਾ, ਸੋਸ਼ਲ ਡਿਸਟੈਂਸ ਰੱਖੀਏ, ਫਿਰ ਇਹ ਜਿਹੜਾ ਹੈਗਾ ਵਾਇਰਸ ਇਹ ਕਾਬੂ 'ਚ ਰਹੇਗਾ। ਜਦ ਇਹ ਕਾਬੂ 'ਚ ਰਹੇਗਾ ਫਿਰ ਆਪਾਂ ਨੂੰ ਜੌਬ ਦੀ ਟੈਨਸ਼ਨ ਘੱਟ ਹੋਏਗੀ, ਕਿਉਂਕਿ ਇੱਥੇ ਕਾਇਦੇ ਸਰ ਅੱਜ ਆਪਾਂ ਇਹ ਲੋਕ ਸਾਰਾ ਕੁਝ ਖੋ ਸਕਦੇ ਹਾਂ। ਐਂਡ ਐਜ਼ ਲੌਂਗ ਐਜ਼ 100% ਐਵਰੀਬਾਡੀ ਵੇਅਰਸ ਅ ਮਾਸਕ, ਆਪਾਂ ਨੂੰ ਕੋਈ ਟੈਨਸ਼ਨ ਨਹੀਂ ਹੈ, ਬਹੁਤ ਕੰਟਰੋਲ ਆਏਗਾ। ਹੱਥੋਂ ਸੋਸ਼ਲ ਡਿਸਟੈਂਸ ਰੱਖੋ, ਆਪਾਂ ਕੰਮਾਂ ਤੇ ਜਾ ਸਕਦੇ, ਸਭ ਕੁਝ ਕਰ ਸਕਦੇ ਹੈਗੇ। ਮਗਰ ਜੇ ਆਪਾਂ ਉਹ ਨਹੀਂ ਕਰਦੇ ਫਿਰ ਪ੍ਰੋਬਲਮ ਆ ਜਾਂਦੀ। ਇੰਗਲੈਂਡ ਹੈਗਾ, ਉਹਨਾਂ ਨੇ ਖੋਲ੍ਹਤਾ ਸੀਗਾ ਸਟੇਜ 3। ਅੱਜ ਮੈਂ ਇੰਗਲੈਂਡ ਦੇ ਪ੍ਰਾਈਮ ਮਿਨਿਸਟਰ ਸੁਣ ਰਿਹਾ ਸੀਗਾ ਤੇ ਉਹ ਦੇ ਲੌਕਿੰਗ ਡਾਊਨ ਹੋ ਗਿਆ। ਉਹ ਇਸ ਕਰਕੇ ਕਿ ਲੋਕਾਂ ਨੇ ਬੇਵਕੂਫੀ ਕੀਤੀ। ਮੈਂ ਜਾਣਦਾ ਕਿ ਰੈਸਟੋਰੈਂਟ ਵਾਲੇ ਨੇ ਪੂਰੇ ਰੈਸਟੋਰੈਂਟ ਖੋਲ੍ਹਤੇ, ਜਾ ਰਹੇ ਆ ਬੰਦੇ ਅੰਦਰ, ਉਹ ਫਿਰ ਵੱਧ ਗਏ ਕੇਸਿਸ। ਉਹ ਕੋਈ ਪ੍ਰੋਬਲਮ ਤਾਂ ਗਈ ਨਹੀਂ ਹੈ, ਤੇ ਇਸ ਕਰਕੇ ਆਪਾਂ ਨੂੰ ਸਭ ਨੂੰ ਧਿਆਨ ਰੱਖਣਾ ਪੈਂਦਾ। ਇਹਦਾ ਮਤਲਬ ਇਹ ਨਹੀਂ ਨਾ ਜਾਓ ਬਾਹਰ, ਨਾ ਘੁੰਮੋ, ਇਹਦਾ ਮਤਲਬ ਇਹ ਨਹੀਂ ਹੈ। ਮਗਰ ਇਹ ਪ੍ਰੀਕਾਸ਼ਨ ਲੈ ਕੇ ਘੁੰਮੋ ਫਿਰੋ। ਉਹ ਜਿਹੜਾ ਟਾਈਮ ਸੀਗਾ ਉਹ ਚਲਾ ਗਿਆ ਫॉर ਕੁਆਇਟ ਸਮ ਟਾਈਮ। ਜਿਹੜਾ ਆਪਣਾ ਖੁੱਲਾ ਸੀਗਾ, ਆਪਾਂ ਘੁੰਮਦੇ ਫਿਰਦੇ ਸੀਗੇ, ਉਹਦੇ ਚਲੇ ਗਏ। ਮੈਨੂੰ ਲੱਗਦਾ ਅਗਲੇ 5-10 ਸਾਲ ਜਦ ਤੱਕ ਇਹ ਕਰੋਨਾ ਵਾਇਰਸ ਹੈਗਾ, ਵੈਕਸੀਨ ਵੀ ਆ ਜਾਏਗੀ, ਤਦ ਹੀ ਇਹ ਵਾਇਰਸ ਤਾਂ ਫਿਰ ਵੀ ਰਹੇਗਾ। ਤਾਂ ਇਹ ਜਿਹੜੀ ਸਿਚੁਏਸ਼ਨ ਹੈ, ਇਹ ਤਾਂ ਹੁਣ ਨਵਾਂ ਲਾਈਫ ਸਟਾਈਲ ਹੋ ਗਿਆ। ਜਿੱਥੇ ਸਭ ਤੋਂ ਪਹਿਲਾਂ ਸ਼ੁਰੂ ਹੋਇਆ ਸੀ, ਈਵਨ ਵੁਹਾਨ 'ਚ, ਦੇ ਆਰ ਸਟਿਲ ਸਟਰਗਲਿੰਗ। ਹਾਂਜੀ, ਐਂਡ ਦੇ ਵਿਲ ਕੰਟੀਨਿਊ ਸਟਰਗਲ। ਇਹਦਾ ਕੋਈ ਲਾਸਟ ਨਿਕਲਿਆ ਨਹੀਂ ਇਸ ਵੇਲੇ, ਤੇ ਵਿਲ ਕੰਟੀਨਿਊ ਟੂ ਸਟਰਗਲ। ਇਹ ਤਾਂ ਸਾਡੇ ਸਿਟੀਜ਼ਨ ਦੇ ਹੱਥ 'ਚ ਹੈਗਾ, ਅਸੀਂ ਕਿੰਨਾ ਨੂੰ ਮੈਨੇਜ ਕਰਨਾ ਹੈਗਾ। ਜਿੰਨੀ ਆਪਾਂ ਲਾਪਰਵਾਹੀ ਰੱਖੀ, ਕੇਅਰਲੈਸਨੈਸ ਰਹੇ, ਉਹ ਜਿਹਦਾ ਪਿੱਛੇ ਸੀਗਾ 200 ਬੰਦਿਆਂ ਦੀ ਪਾਰਟੀ ਸੀ, ਉਹ ਤਾਂ ਅਵਲ ਦਰਜੇ ਦੀ ਬੇਵਕੂਫੀ ਸੀਗੀ। ਲਾਈਕ ਆਪਾਂ ਮੈਂ ਜਾਣਨਾ ਹੈਗਾ ਆਪਣੇ ਈਵਨ ਵਾਕ ਵਾਸਤੇ ਜਾਣਾ ਹੈ, ਮੈਂ ਸ਼ਾਮ ਨੂੰ ਜਾਂਦੀ ਜਾਂ ਸਵੇਰੇ ਜਾਣਾ ਹੈ, ਕਈ ਲੋਕੀ ਬਿਲਕੁਲ ਨੇੜੇ ਆ ਜਾਂਦੇ ਆ, ਮਾਸਕ ਕੁਛ ਨਹੀਂ ਪਾਇਆ ਹੋਇਆ, ਮੈਨੂੰ ਸੜਕ ਕ੍ਰਾਸ ਕਰਨੀ ਪੈਂਦੀ ਦੂਜੇ ਪਾਸੇ। ਮਤਲਬ ਉਹ ਅਕਲ ਦੀ ਕਮੀ ਹੈ, ਉਹਨਾਂ ਨੂੰ ਸਮਝ ਨਹੀਂ ਹੈ ਕਿ ਇਹ ਚੀਜ਼ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ, ਡਿਸਟੈਂਸ ਰੱਖਣਾ ਬਹੁਤ ਜ਼ਰੂਰੀ ਹੈ। ਇਹ ਜਦ ਤੱਕ ਅਸੀਂ ਨਹੀਂ ਕਰਦੇ, ਇਹ ਪ੍ਰੋਬਲਮ ਕੰਟੀਨਿਊ ਰਹੇਗੀ। ਤੇ ਇੱਕ ਹੋਰ ਚੀਜ਼ ਹੈ ਜਿਹੜੀ ਹੁਣ ਗਵਰਨਮੈਂਟ ਵੱਲੋਂ ਸਾਨੂੰ ਏਡ ਮਿਲ ਰਹੀ ਹੈ ਸਾਰੇ ਕੈਨੇਡੀਅਨਸ ਨੂੰ ਜਿਹੜੇ ਜੌਬਲੈਸ ਹੋ ਗਏ, ਰਾਈਟ? ਕੀ ਤੁਹਾਨੂੰ ਲੱਗਦਾ ਹੈ, ਪ੍ਰੈਡਿਕਟ ਕਰਦੇ ਹੋ ਵੀ ਇਹ ਅੱਗੇ ਜਾਊਗਾ? ਲਾਈਕ ਆਈ ਥਿੰਕ ਹੁਣ ਸੈਪਟੈਂਬਰ ਤੱਕ ਹੈਗਾ। ਦੇਖੋ ਜੀ, ਗਵਰਨਮੈਂਟ ਤਾਂ ਕਰੀ ਜਾਏਗੀ ਕਿ ਤੁਹਾਡਾ ਪੈਸਾ ਹੈਗਾ, ਗਵਰਨਮੈਂਟ ਦਾ ਆਪਣਾ ਪੈਸਾ ਥੋੜੀ ਹੈ। ਇੱਥੋਂ ਤੁਸੀਂ ਸੋਚਦੇ ਹੋ ਉਹ ਗਵਰਨਮੈਂਟ ਦਾ ਪੈਸਾ ਹੈ, ਇਹ ਪੈਸਾ ਤਾਂ ਤੁਹਾਡਾ ਹੀ ਹੈ, ਤੁਸੀਂ ਪੇ ਕਰਨਾ ਵਾਪਸ ਗਵਰਨਮੈਂਟ ਨੂੰ। ਇਹ ਟੈਕਸ ਦਾ ਪੈਸਾ ਹੈਗਾ ਗਵਰਨਮੈਂਟ ਦੇ, ਤਾਂ ਨਹੀਂ ਉਹਨਾਂ ਦੀ ਮਸ਼ੀਨ ਲੱਗੀ ਹੋਈ ਹੈ ਕੱਢੀ ਜਾਣੇ ਪੈਸੇ ਉਹਨਾਂ ਨੇ। ਇਹ ਤਾਂ ਕਰਜ਼ਾ ਲੈ ਕੇ ਕਰ ਰਹੀ ਹੈ ਗਵਰਨਮੈਂਟ, ਕਰਜ਼ਾ ਵਧੀ ਜਾ ਰਿਹਾ ਹੈ। ਇਸ ਵੇਲੇ ਕੈਨੇਡਾ ਦਾ ਕਰਜ਼ਾ ਆਲਮੋਸਟ 1 ਟ੍ਰਿਲੀਅਨ ਦੇ ਪਹੁੰਚ ਗਿਆ ਹੈਗਾ। 1 ਟ੍ਰਿਲੀਅਨ ਮਤਲਬ ਕਿ $1000 ਬਿਲੀਅਨ। 1000 ਮਤਲਬ ਬਿਲੀਅਨ ਦੇ ਵਿੱਚ 1000 ਮਿਲੀਅਨ ਹੁੰਦਾ, 1000 ਦੇ ਬਿਲੀਅਨ ਦੇ ਵਿੱਚ ਇਹ 1000 ਬਿਲੀਅਨ ਹੈਗਾ। ਤਾਂ ਬੇਸਿਕਲੀ ਇਟਸ $1 ਟ੍ਰਿਲੀਅਨ, ਇਟਸ ਅ ਸੀਰੀਅਸ ਅਮਾਉਂਟ ਆਫ ਡੈਟ। ਇਹਦੀ ਬਹੁਤ ਇਸ਼ੂਜ਼ ਹੈਗੇ, ਇਹਦਾ ਇਫੈਕਟ ਜੌਬਸ ਦਾ ਪਏਗਾ ਲੌਂਗ ਟਰਮ, ਇਹਦਾ ਇਫੈਕਟ ਕਈ ਚੀਜ਼ਾਂ ਤੇ ਪੈਣਾ ਹੈਗਾ। ਤਾਂ ਤੁਹਾਨੂੰ ਸਭ ਨੂੰ ਧਿਆਨ ਰੱਖਣਾ ਜ਼ਰੂਰੀ ਹੈ ਕਿ ਇਹ ਜਿਹੜੀ ਗਵਰਨਮੈਂਟ ਦੇ ਬੈਨੀਫਿਟਸ ਹੈ, ਇਹਦੀ ਐਡਵਾਂਟੇਜ ਨਾ ਲਓ। ਜੇ ਤੁਸੀਂ ਲੈਣਾ ਮਜਬੂਰੀ ਹੈ ਤਾਂ ਲਓ, ਨਹੀਂ ਤਾਂ ਰਹਿਣ ਦਿਓ, ਕਿਉਂਕਿ ਇਹ ਸਾਰਿਆਂ ਨੂੰ ਬਹੁਤ ਬੜੀ ਪ੍ਰੋਬਲਮ ਆਣੀ ਹੈ ਬਾਅਦ 'ਚ ਇਹਦੇ ਕਰਕੇ। ਆਪਣੀ ਮਹਿੰਗਾਈ ਬਹੁਤ ਵੱਧ ਜਾਣੀ ਹੈ 2-4 ਸਾਲ 5 ਸਾਲ ਨੂੰ, ਇਹਦੇ ਕਰਕੇ ਬਹੁਤ ਮਹਿੰਗਾਈ ਵੱਧ ਜਾਣੀ ਹੈ। ਕਿਉਂਕਿ ਜਦ ਕੰਟਰੀ ਦਾ ਕਰਜ਼ਾ ਵੱਧ ਜਾਂਦਾ ਹੈਗਾ ਨਾ, ਤਾਂ ਕੰਟਰੀ ਦੀ ਜਿਹੜੀ ਬੋਰੋਇੰਗ ਐਬਿਲਿਟੀ ਹੁੰਦੀ ਹੈ ਉਹ ਥੋੜੀ ਜਿਹੀ ਘਟ ਜਾਂਦੀ ਹੈਗੀ। ਫਿਰ ਹਾਇਰ ਵਿਆਜ ਤੇ ਪੈਸਾ ਮਿਲਦਾ ਹੈਗਾ, ਜਾਂ ਵਿਆਜ ਤੇ ਪੈਸਾ ਘੱਟ ਮਿਲਦਾ ਹੈ ਗਵਰਨਮੈਂਟ ਨੂੰ, ਫਿਰ ਪ੍ਰੋਬਲਮ ਆਉਂਦੀ ਹੈ। ਫਿਰ ਇਨਫਲੇਸ਼ਨ, ਮਹਿੰਗਾਈ ਆ ਜਾਂਦੀ ਹੈ ਆਪਣੀ। ਫਿਰ ਜਦ ਮਹਿੰਗਾਈ ਆਉਂਦੀ ਹੈ ਉਦੋਂ ਫਿਰ ਲੋਕੀ ਫਿਰ ਅਨਇੰਪਲੋਇਮੈਂਟ ਵਗੈਰਾ ਸ਼ੁਰੂ ਹੋ ਜਾਂਦੀ ਹੈ, ਤਾਂ ਉਹਦੀ ਫਿਰ ਬਹੁਤ ਵੱਡੀਆਂ ਪ੍ਰੋਬਲਮ ਬਾਅਦ ਚ ਆਉਂਦੀ ਹੈ। ਤਾਂ ਇਸ ਕਰਕੇ ਆਪਾਂ ਤਾਂ ਸੋਚਦੇ ਹਾਂ ਕਿ ਫ੍ਰੀ ਦੇ ਪੈਸੇ ਲਈ ਜਾਓ। ਇਹ ਫ੍ਰੀ ਦੇ ਪੈਸੇ
ਪੈਸੇ ਨਹੀਂ ਆਪਾਂ ਪੇ ਕਰੂੰਗੇ, ਸਾਰਿਆਂ ਨੇ ਪੇ ਕਰਨਾ ਇਹਦਾ, ਤੇ ਕਰਜ਼ਾ ਅਸੀਂ ਲਾਣਾ ਹੈ, ਗਵਰਨਮੈਂਟ ਆਪਣੀ ਜੇਬ ਤੋਂ। ਇਹ ਤਾਂ ਨਹੀਂ ਕਿ ਟਰੂਡੋ ਸਾਹਿਬ ਨੇ ਕਹਿਣਾ ਜੀ ਮੈਂ ਚੱਕੀ ਦਾ ਕਰਜ਼ਾ ਪੇ ਕਰ ਦਿਓ, ਇਦਾਂ ਤਾਂ ਹੋਣਾ ਨਹੀਂ ਹੈ। ਇਹ ਅਸੀਂ ਪੇ ਕਰ ਰਹੇ ਇਨਕਮ ਟੈਕਸ, ਉਹ ਚੋਂ ਨਿਕਲਣੇ ਪੈਸੇ। ਰਾਈਟ, ਯਾ ਬਿਲਕੁਲ ਸਹੀ ਹੈ। ਜੇ ਹੁਣ ਸਾਡੇ ਇੱਦਾਂ ਕੰਟਰੀ 'ਤੇ ਹੀ ਇੱਦਾਂ ਦੀ ਇਕੋਨਮੀ ਕਹਿ ਲਓ ਕਿ ਪ੍ਰੋਬਲਮ ਆ ਗਈ ਹੈ ਤਾਂ ਨੈਚੁਰਲੀ ਉਹ ਫਿਰ ਇੰਪੈਕਟ ਤਾਂ ਉਹਦਾ ਸਾਰੇ 'ਤੇ ਹੀ ਪਏਗਾ। ਸੋ ਹਾਂ, ਇਹ ਠੀਕ ਹੈ, ਰਿਪਲ ਇਫੈਕਟ ਹੈਗਾ ਆ। ਹੁਣ ਇਹ ਥੋੜ੍ਹੀ ਦੇਰ ਕਰਕੇ ਇਹਦਾ 2-3 ਸਾਲਾਂ ਤੋਂ ਬਾਅਦ ਹੀ ਐਕਚੁਅਲਸ ਜੋ ਹੈ ਉਹ ਸਾਨੂੰ ਅਸਰ ਦੇਖਣ ਨੂੰ ਮਿਲੇਗਾ। ਹਾਂਜੀ, ਇਹਦਾ ਅਗਲਾ ਇਹਦਾ ਜਿਹੜਾ ਐਂਡ ਹੈਗਾ ਮੇਰੇ ਖਿਆਲ ਨਾਲ ਬਹੁਤ ਖਰਾਬ ਹੋਏਗਾ। ਇਟ ਕੁਡ ਬੀ 10 ਸਾਲ ਫਰਮ ਨਾਓ, ਕੁਡ ਬੀ 5 ਸਾਲ ਫਰਮ ਨਾਓ, ਮਗਰ ਇਹ ਮੈਂ ਤੁਹਾਨੂੰ ਦੱਸ ਸਕਦਾ ਕਿ ਅੱਜ ਕੀ ਇਹਦਾ ਇਫੈਕਟ ਬਹੁਤ ਖਰਾਬ ਹੋਏਗਾ। ਤੁਹਾਡੀ ਮਹਿੰਗਾਈ ਬਹੁਤ ਆਏਗੀ, ਇਹ ਆਲਮੋਸਟ ਗਰੰਟੀ ਹੈ। ਇਹ ਆਲਮੋਸਟ ਗਰੰਟੀ ਹੈ ਕਿ ਮਹਿੰਗਾਈ ਵਧਣੀ ਹੈ, ਬਹੁਤ ਜ਼ਿਆਦਾ ਵਧਣੀ ਹੈ। ਇਹ ਕੁਐਸਚਨ ਹੈ ਕਦ, ਜੇ ਇਨਫਲੇਸ਼ਨ ਆਣੀ ਹੈ ਫਿਰ ਇੱਕਦਮ ਵਧਣੀ ਹੈ। ਜਿਹੜੀ ਵੀ ਕੰਟਰੀਆਂ ਨੇ ਕਰਜ਼ਾ ਪਾਸ ਲਿੱਤਾ ਹੈ ਬਹੁਤ ਜ਼ਿਆਦਾ, ਉਹਨਾਂ ਨੂੰ ਪ੍ਰੋਬਲਮ ਆਈ ਹੈ। ਫਰਕ ਇਹ ਹੈ ਕਿ ਇਸ ਵੇਲੇ ਸਾਰੀ ਦੁਨੀਆ ਲੈ ਰਹੀ ਹੈ ਕਰਜ਼ਾ, ਤਾਂ ਸਾਰੀ ਦੁਨੀਆ ਨੂੰ ਸੇਮ ਪ੍ਰੋਬਲਮ ਹੈ। ਤਾਂ ਇਸ ਕਰਕੇ ਅਮਰੀਕਾ ਫॉर एग्जांपल ਇਸ ਵੇਲੇ ਅਮਰੀਕਾ ਦਾ ਕਰਜ਼ਾ ਸੀਗਾ ਨਵੰਬਰ ਲਾਸਟ ਈਅਰ $20 trillion, ਆਪਣਾ ਕੈਨੇਡਾ ਦਾ ਸੀਗਾ, ਆਪਣਾ ਕੈਨੇਡਾ ਦਾ ਸੀਗਾ 750 ਮਿਲੀਅਨ, 750 ਬਿਲੀਅਨ, ਤੇ ਅਮਰੀਕਾ ਦਾ ਸੀਗਾ 20 ਟ੍ਰਿਲੀਅਨ। ਇਸ ਵੇਲੇ ਅਮਰੀਕਾ 30 ਟ੍ਰਿਲੀਅਨ ਤੇ ਪਹੁੰਚ ਗਿਆ, ਤੇ ਮੈਨੂੰ ਲੱਗਦਾ ਕਿ ਇਸ ਹਫਤੇ ਜਾਂ 2 ਹਫ਼ਤੇ ਦੇ ਅੰਦਰ ਉਹਨਾਂ ਨੇ 6-7 ਟ੍ਰਿਲੀਅਨ ਹੋਰ ਅਪਰੂਵ ਕਰਨਾ ਹੈਗਾ। ਇਹ ਚੱਲੀ ਜਾਣਾ ਕੰਮ ਉਹਨਾਂ ਨੇ। ਇਹਦੇ ਚ ਕੀ ਹੁੰਦਾ ਕਿ ਕਈ ਵਾਰ ਗਵਰਨਮੈਂਟਾਂ ਜਦ ਜ਼ਿਆਦਾ ਹੀ ਲੂਜ਼ ਹੋ ਜਾਂਦੀ ਹੈਗੀਆਂ, ਉਹਦਾ ਫਿਰ ਅਸੀਂ ਟੈਕਸ ਪੇਅਰ ਨੇ ਪੇ ਕਰ ਰਹੇ, ਉਹਨੇ ਜੇਬ ਤੋਂ ਥੋੜੀ ਆਣਾ ਹੈਗਾ। ਉਹਨਾਂ ਦਾ ਵੋਟਾਂ ਖਰੀਦ ਲੈਣੇ ਕਈ ਵਾਰ, ਹੁਣ ਕਹਿੰਦੇ ਜੀ ਇਹ ਲਓ ਜੀ ਆਹ ਬੈਨੀਫਿਟ ਲਓ, ਉਹ ਬੈਨੀਫਿਟ ਲਓ, ਤੁਸੀਂ ਸਭ ਖੁਸ਼ ਰਹੋ। ਤੁਹਾਡੇ ਪੈਸੇ ਉਹਨਾਂ ਦੀ ਜੇਬ ਥੋੜੀ ਨਿਕਲਦੇ ਪੈਸੇ, ਉੱਥੇ ਪ੍ਰੋਬਲਮ ਆਉਂਦੀ ਹੈ ਫਿਰ। ਯਾ ਬਿਲਕੁਲ, ਜਿਵੇਂ ਹੁਣ ਆਪਾਂ ਦੇਖੀ ਜਾ ਰਹੇ ਹਾਂ ਕਿ ਇਕੋਨਮੀ ਦੇ ਉੱਤੇ ਡੇ ਬਾਈ ਡੇ ਬੈਡ ਇਫੈਕਟ ਆਈ ਜਾ ਰਹੇ, ਬਿਜ਼ਨਸ ਵੀ ਬੰਦ ਹੋ ਰਿਹਾ ਹੈ। ਕਈ ਤਾਂ ਕਹਿ ਲਓ ਕਿ ਤੁਸੀਂ ਬਿਲਕੁਲ ਬੈਂਕਰਪਸੀਆਂ ਕਲੀਅਰ ਹੋਈਆਂ ਹੀ ਨੇ, ਪਿੱਛੇ ਜੇ ਕਿੰਨੇ ਨੰਬਰ ਆਏ ਸੀਗੇ, ਰਾਈਟ। ਬਟ ਸਰਪ੍ਰਾਈਜ਼ਿੰਗ ਇਹ ਹੈਗੀ ਹੈ ਕਿ ਸਟਾਕ ਮਾਰਕੀਟ ਉੱਪਰ ਹੀ ਉੱਪਰ ਜਾ ਰਹੀ ਹੈ। ਉਹਦਾ ਕੀ ਰੀਜ਼ਨ ਹੈ? ਉਹਦਾ ਰੀਜ਼ਨ ਇਹ ਹੈ, ਸਟਾਕ ਮਾਰਕੀਟ ਇਸ ਕਰਕੇ ਜਾ ਰਹੀ ਹੈ ਕਿ ਜਦ ਗਵਰਨਮੈਂਟਾਂ ਪੈਸੇ ਕਰਜ਼ੇ ਤੇ ਲੈ ਕੇ ਯੂਜ਼ ਕਰਦੀ ਪੈਸੇ ਨੂੰ, ਉਹ ਆਮ ਤੱਕ ਕੀ ਹੁੰਦਾ ਹੈ ਕਿ ਕੁਝ ਪੈਸਾ ਜਾਂਦਾ ਹੈ ਤੁਹਾਡੇ ਮੇਰੇ ਕੋਲ, ਜਿਸ ਤਰ੍ਹਾਂ ਗਵਰਨਮੈਂਟ ਦੇ ਬੈਨੀਫਿਟਸ ਹੈਗੇ। ਹੁਣ ਫॉर एग्जांपल ਕੈਨੇਡਾ ਹੈਗਾ, ਉਹਨਾਂ ਨੇ $250 ਬਿਲੀਅਨ, $350 ਬਿਲੀਅਨ ਬੇਸਿਕਲੀ ਡੈਫਿਸਿਟ ਵੱਧ ਗਿਆ ਸਾਡਾ। ਉਹ ਚ ਮੇਬੀ 70-80 ਬਿਲੀਅਨ ਜਿਹੜਾ ਹੈਗਾ ਉਹ ਆ ਗਿਆ ਸਾਨੂੰ ਸਾਡੇ ਖਰਚਿਆਂ ਚ, ਜਿਹੜੀ ਡਿਫਰੈਂਟ ਪ੍ਰੋਗਰਾਮਸ ਹੈਗੇ। ਬਾਕੀ ਜਿਹੜਾ ਪੈਸਾ ਹੈਗਾ ਉਹ ਕੰਪਨੀਆਂ ਨੂੰ ਜਾਂਦਾ ਹੈਗਾ, ਕੰਪਨੀਆਂ ਨੂੰ ਲੋਨ ਦਿੰਦੀ ਹੈ ਗਵਰਨਮੈਂਟ। ਉਹ ਜਦ ਲੋਨ ਆਉਂਦਾ ਨਾ, ਉੱਥੇ ਪੈਸਾ ਫਿਰ ਮਿਸਯੂਜ਼ ਹੋਣਾ ਸ਼ੁਰੂ ਹੋ ਜਾਂਦਾ ਹੈਗਾ। ਤਾਂ ਉਹ ਜਿਹੜੀ ਕੰਪਨੀਆਂ ਲੋਨ ਲੈਂਦੀਆਂ, ਉਹ ਨਾ ਦੇ ਬਰਾਬਰ ਉਹਨੂੰ ਪੈਸਾ ਮਿਲ ਰਿਹਾ ਹੈਗਾ ਉਧਾਰ ਗਵਰਨਮੈਂਟਾਂ ਤੋਂ, ਜਾਂ ਫ੍ਰੀ ਪੈਸਾ ਗ੍ਰਾਂਟ ਵਗੈਰਾ ਮਿਲਦੇ ਹੈਗੇ, ਜਾਂ ਸਪੋਰਟ ਮਿਲਦੀ ਹੈ। ਉਹ ਪੈਸੇ ਨਾਲ ਫਿਰ ਉਹ ਨਾ ਆਪਣੀ ਕੰਪਨੀਆਂ ਦੇ ਸ਼ੇਅਰ ਵਗੈਰਾ ਖਰੀਦਦੇ ਆ, ਕੰਮ ਕਰਦੇ ਆ। ਉਹਦੇ ਚ ਫਿਰ ਕੀ ਹੁੰਦਾ ਹੈ ਕਿ ਸਟਾਕ ਮਾਰਕੀਟ ਤੇ ਇਫੈਕਟ ਇਸ ਕਰਕੇ ਨਹੀਂ ਹੋ ਰਿਹਾ, ਕਿਉਂਕਿ ਕਰਜ਼ੇ ਬਹੁਤ ਵਧੀ ਜਾ ਰਹੇ ਹੈਗੇ। ਗਵਰਨਮੈਂਟਾਂ ਨੇ ਫਲਸ਼ ਕੀਤਾ ਪਿਆ ਮਾਰਕੀਟ, ਖਾਸ ਕਰਕੇ ਅਮਰੀਕਾ ਦਾ ਜ਼ਿਆਦਾ ਹੈਗਾ, ਕੈਨੇਡਾ ਦਾ ਫਿਰ ਵੀ ਘੱਟ ਹੈਗਾ। ਅਮਰੀਕਾ ਚ ਕੀ ਹੈ ਕਿ ਟਰੰਪ ਜਿਹੜਾ ਹੈਗਾ, ਉਹਨੂੰ ਇਸ ਵੇਲੇ ਉਹਦੀ ਇਲੈਕਸ਼ਨ ਜਿੱਤਣੀ ਬਹੁਤ ਜ਼ਰੂਰੀ ਹੈ ਉਹਨੂੰ, ਤੇ ਲੋਕਾਂ ਨੂੰ ਬਹੁਤ ਰੀਜ਼ਨ ਆ ਉਹਦੇ ਕਰਕੇ, ਪਰ ਹੀ ਹੈਜ਼ ਟੂ ਵਿਨ ਦ ਇਲੈਕਸ਼ਨ। ਉਹਦੇ ਕੋਲ ਇਹ ਨਹੀਂ ਕਿ ਨਾ ਵਿਨ ਕਰਨਾ, ਉਹਨੇ ਹੀ ਹੈਜ਼ ਟੂ ਵਿਨ ਔਰ ਹੀ ਇਜ਼ ਇਨ ਬਿਗ ਟਰਬਲ। ਤੇ ਇਸ ਕਰਕੇ ਉਹ ਜਿਹੜੀ ਇਲੈਕਸ਼ਨ ਜਿੱਤਣੀ ਹੈ, ਉਹਨੂੰ ਕੋਈ ਪਰਵਾਹ ਨਹੀਂ ਹੈ ਇਸ ਵੇਲੇ। ਤਾਂ ਉਹ ਤਾਂ ਰੱਜ ਕੇ ਪੈਸੇ ਸੁੱਟਦਾ ਪਿਆ ਇਸ ਵੇਲੇ। ਉਹ ਕਹਿੰਦਾ ਕਿ ਵੀ ਸਟਾਕ ਮਾਰਕੀਟ ਦੇ ਉੱਤੇ, ਸਟਾਕ ਮਾਰਕੀਟ ਜਿਹੜਾ ਗਿਰ, ਕਿਉਂਕਿ ਉਹਨੇ ਕੀ ਕੀਤਾ ਸੀਗਾ ਪਿਛਲੇ ਸਾਲ 2 ਸਾਲ ਜਿੱਦਾਂ ਆਪਣਾ 3 ਸਾਲ ਤੋਂ ਵਿਨ ਕੀਤਾ ਹੈ, ਉਹਨੇ ਸਟਾਕ ਮਾਰਕੀਟ ਨੂੰ ਇਸਤੇਮਾਲ ਕੀਤਾ ਹੈ ਆਪਣੇ ਆਪ ਨੂੰ ਮੈਜਰ ਕਰਨ ਵਾਸਤੇ। ਹਾਂ ਵੀ ਮੈਂ ਕਿਹੋ ਜਿਹਾ ਪ੍ਰੈਜ਼ੀਡੈਂਟ ਕੰਮ ਕਰ ਰਿਹਾ ਹੈ, ਦੇਖੋ ਜੀ ਸਟਾਕ ਮਾਰਕੀਟ ਕਿੰਨੀ ਚੜ੍ਹਦੀ ਪਈ ਹੈ, ਮੈਂ ਵਧੀਆ ਹੈਗਾ। ਹਾਲਾਂਕਿ ਇਕਨੋਮੀ ਦਾ ਤੇ ਸਟਾਕ ਮਾਰਕੀਟ ਦਾ ਤਾਲੁਕਾਤ ਨਹੀਂ ਹੈ ਇਸ ਵੇਲੇ। ਇਕਨੋਮੀ ਕਿੰਨੀ ਖਰਾਬ ਹੈ ਕਿ ਸਟਾਕ ਮਾਰਕੀਟ ਚੜੀ ਜਾਂਦੀ ਹੈ, ਮਗਰ ਉਹ ਐਸ ਕਰਕੇ ਚੜੀ ਜਾਂਦੀ ਹੈ ਕਿ ਉਹ ਪੈਸੇ ਸੁੱਟੀ ਜਾਂਦਾ ਹੈ ਸਟਾਕ ਮਾਰਕੀਟ ਵੱਲ। ਉਹ ਸਟਾਕ ਖਰੀਦੀ ਜਾਂਦੀ ਹੈ ਗਵਰਨਮੈਂਟਾਂ ਦੀ ਕੰਪਨੀਆਂ, ਉਹਨੇ ਦੋਸਤ ਯਾਰ ਸਟਾਕ ਖਰੀਦੀ ਜਾਂਦੇ ਆ। ਐਸ ਕਰਕੇ ਮਾਰਕੀਟ ਉੱਤੇ ਹੈਗੀਆਂ, ਤੇ ਇਹ ਚੜੀ ਜਾਣੀ ਹੈ ਮਾਰਕੀਟ, ਹਲੇ ਘਟਣੀ ਨਹੀਂ ਹੈ, ਚੜੀ ਜਾਣੀ ਹੈ। ਉਹਦਾ ਰੀਜ਼ਨ ਇਹ ਹੈਗਾ ਮੇਰੇ ਹਿਸਾਬ ਨਾਲ ਚੜੀ ਜਾਣੀ ਹੈ। ਬਿਲਕੁਲ, ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ, ਕਿਉਂਕਿ ਜੇ ਆਪਾਂ ਥੋੜੀ ਜਿਹੀ ਹਿਸਟਰੀ ਵੱਲ ਝਾਤੀ ਮਾਰੀਏ ਤਾਂ ਜਿਹੜੇ ਅੱਜ ਕੱਲ੍ਹ ਦੇ ਜਿਹੜੇ ਵੀ ਟ੍ਰੈਂਡ ਨੇ S&P 'ਚ ਜਾਂ ਨੈਸਡੈਕ 'ਚ, ਜਦੋਂ ਵੀ ਇਹੋ ਜਿਹਾ ਕੁਛ ਕਹਿ ਲਓ ਕਿ ਡਿਜ਼ਾਸਟਰ ਕੋਈ ਵੀ ਆਉਂਦਾ ਸੀਗਾ ਤਾਂ ਮਾਰਕੀਟ ਇੱਕਦਮ ਥੱਲੇ ਚਲੀ ਜਾਂਦੀ ਸੀਗੀ, ਔਰ ਉਹਨੂੰ ਕਹਿ ਲਓ ਕਿ ਉੱਪਰ ਆਉਣ ਨੂੰ ਬਹੁਤ ਟਾਈਮ ਲੱਗਦਾ ਸੀ। ਬਟ ਇਹ ਤਾਂ ਜਦੋਂ ਮਾਰਚ ਵਿੱਚ ਇੱਕਦਮ ਨੀਚੇ ਗਈ ਤਾਂ ਇੱਕਦਮ ਸ਼ੂਟ ਕਰਕੇ ਉੱਪਰ ਗਈ ਆ। ਸੋ ਵਿਚ ਇਜ਼ ਸਾਰਿਆਂ ਦਾ ਹੀ ਕੰਸਰਨ ਸੀਗਾ ਕਿ ਸਮਥਿੰਗ ਹੈਪਨਿੰਗ ਬਿਹਾਈਂਡ ਦ ਸੀਨਸ। ਇਹੀ ਹੋ ਰਿਹਾ ਸੀਗਾ ਬੇਸਿਕਲੀ ਕਿ ਗਵਰਨਮੈਂਟ ਪੈਸੇ ਸੁੱਟਦੀ ਪਈ ਹੈ ਇਸ ਵੇਲੇ ਸਟਾਕ ਮਾਰਕੀਟ ਦੇ ਅੱਗੇ,
ਉਹ ਰਾਈਟ। ਕੋਈ ਚੱਕੀ ਜਾਂਦਾ ਹੈਗਾ। ਇਸ ਵੇਲੇ ਆਮ ਤੌਰ ਹੁੰਦਾ ਸੀਗਾ ਕਿ ਜੇ ਤੁਹਾਡੀ ਮਾਰਕੀਟ, ਸਟਾਕ ਮਾਰਕੀਟ ਤੁਹਾਨੂੰ ਦੱਸਦੀ ਸੀਗੀ ਇਕਨੋਮੀ ਕਿੱਦਾਂ ਹੋਣਾ ਅੱਗੇ, ਲਾਈਕ ਸਟਾਕ ਮਾਰਕੀਟ ਦੇਖਦੀ ਸੀਗੀ ਇਕਨੋਮੀ ਨੂੰ ਦੇਖ ਕੇ ਉਸ ਹਿਸਾਬ ਨਾਲ ਚੱਲਦੀ ਹੈਗੀ। ਜੇ ਦਿਨ ਰਾਈਟ ਖਰਾਬ ਆਉਣ ਵਾਲੇ ਸਟਾਕ ਮਾਰਕੀਟ ਗਿਰਦੀ ਸੀਗੀ, ਦਿਨ ਇਕਨੋਮੀ ਚੰਗੇ ਆਉਣ ਵਾਲੇ ਹੈਗੇ ਤਾਂ ਰਾਈਟ। ਸਟਾਕ ਮਾਰਕੀਟ ਚੜ੍ਹਦੀ ਸੀਗੀ। ਇਸ ਵੇਲੇ ਜਿੰਨੇ ਦਿਨ ਖਰਾਬ ਆਏ ਹੋਏ ਆ ਸਾਰਿਆਂ ਦੇ, ਉਹ ਕਦੀ ਨਹੀਂ ਹੋਇਆ। ਰਾਈਟ। ਇੰਨਾ ਬੁਰਾ ਹਾਲ ਕਦੀ ਨਹੀਂ ਹੋਇਆ, ਇੰਨੇ ਬੰਦੇ ਘਰ ਬੈਠੇ ਹੋਵੇਂ ਵਰਲਡ ਵਾਈਡ ਕਦੀ ਨਹੀਂ ਹੋਇਆ ਇਹ। ਤੇ ਇਸ ਕਰਕੇ ਇਹਦਾ ਇਕਨੋਮੀ ਤੇ ਬਹੁਤ ਜ਼ਿਆਦਾ ਇਫੈਕਟ ਹੈ, ਮਗਰ ਮਾਰਕੀਟ ਫਿਰ ਵੀ ਚੜੀ ਜਾ ਰਹੀ ਹੈ। ਉਹਦਾ ਮਤਲਬ ਉਹਦਾ ਬਸ ਆਹੀ ਕਾਰਨ ਹੈ ਕਿ ਉਹ ਪੈਸੇ ਸੁੱਟੀ ਜਾਂਦੇ ਆ ਤੇ ਸਟਾਕ ਮਾਰਕੀਟ ਵੱਲ, ਤੇ ਇਸ ਕਰਕੇ ਇਵੈਂਚੁਅਲੀ ਮਹਿੰਗਾਈ ਬਹੁਤ। ਇਹੀ ਫਾਰਮੂਲਾ ਅਪਲਾਈ ਹੋ ਰਿਹਾ, ਉਹ ਵੀ ਤਾਂ ਉੱਪਰ ਰੀਅਲ ਏਸਟੇਟ ਦਾ ਵੀ ਸੇਮ ਫਾਰਮੂਲਾ ਅਪਲਾਈ ਹੈ। ਹਾਂਜੀ, ਰੀਅਲ ਏਸਟੇਟ ਦਾ ਵੀ ਸੇਮ ਫਾਰਮੂਲਾ ਅਪਲਾਈ ਹੈ, ਕਿਉਂਕਿ ਤੁਹਾਡੇ ਵਿਆਜ ਘੱਟ ਹੈ। ਇਸ ਵੇਲੇ ਬੰਦੇ ਨੇ ਘਰ ਖਰੀਦਣਾ ਹੈ, ਸਸਤਾ ਘਰ ਮਿਲ ਜਾਂਦਾ ਹੈਗਾ, ਕਮਰਸ਼ੀਅਲ ਬਿਲਡਿੰਗ ਖਰੀਦਣੀ ਉਹ ਵੀ ਸਸਤੀ ਮਿਲ ਜਾਂਦੀ ਹੈ ਕਿਉਂਕਿ ਵਿਆਜ ਘੱਟ ਹੈਗਾ। ਇਸ ਕਰਕੇ ਇੱਕ ਰੀਜ਼ਨ ਹੈਗਾ। ਦੂਜਾ ਰੀਜ਼ਨ ਹੈਗਾ ਕਿ ਜਦ ਤੁਹਾਨੂੰ ਰਿਸਕ ਹੁੰਦਾ ਨਾ, ਤੁਹਾਡੀ ਕਰੰਸੀ ਦੀ ਕੀਮਤ ਗਿਰੇਗੀ। ਕਰੰਸੀ ਦੀ ਕੀਮਤ ਨਾਲ ਜਦ ਮਹਿੰਗਾਈ ਆਏਗੀ, ਕਰੰਸੀ ਦੀ ਕੀਮਤ ਗਿਰਨਾ ਮਤਲਬ ਹੈਗਾ ਮਹਿੰਗਾਈ ਆਣੀ ਆ। ਜਦ ਰਿਸਕ ਹੁੰਦਾ ਮਹਿੰਗਾਈ ਆਉਣ ਦਾ, ਉਦੋਂ ਜਿਹੜੀ ਰੀਅਲ ਐਸੈਟ ਹੁੰਦੀ ਹੈ, ਰੀਅਲ ਐਸੈਟ ਦਾ ਮਤਲਬ ਹੁੰਦਾ ਅਸਲੀ ਚੀਜ਼ਾਂ ਜਿਹੜੀ ਤੁਸੀਂ ਫੜ ਕੇ ਰੱਖ ਸਕਦੇ ਆ, ਜਿਹਦੀ ਵੈਲਿਊ ਹੋਲਡ ਹੁੰਦੀ ਹੈ। ਜ਼ਮੀਨ ਹੋ ਗਈ, ਘਰ ਹੋ ਗਿਆ, ਸੋਨਾ ਹੋ ਗਿਆ, ਆਪਣਾ ਕੀ ਕਹਿੰਦੇ ਸਟਾਕ ਮਾਰਕੀਟ ਜਿਹੜੇ ਹੈਗੇ, ਸ਼ੇਅਰ ਹੋ ਗਏ, ਜਿਹੜੀ ਵੱਡੀ ਵੱਡੀ ਕੰਪਨੀਆਂ, ਹੁਣ ਮੈਕਡੋਨਲਡਸ ਹੈ, TD ਬੈਂਕ ਹੈ ਜਾਂ ਫਾਈਜ਼ਰ ਹੈਗਾ, ਇਹ ਜਿਹੀ ਵੱਡੀ ਵੱਡੀ ਕੰਪਨੀਆਂ ਐਂਡ ਤੱਕ ਕਿਤੇ ਨਹੀਂ ਜਾਣਾ, ਐਂਡ ਤੱਕ ਕੰਮ ਚੱਲੀ ਜਾਣੇ ਇਹਨਾਂ ਦੇ। ਠੀਕ ਹੈ ਨਾ, ਕਿ ਲੋਕਾਂ ਨੇ ਯੂਜ਼ ਕਰਨੀਆਂ, ਮੈਕਡੋਨਲਡ ਲੋਕਾਂ ਨੇ ਖਾਈ ਜਾਣੇ ਹੈਗੇ, TD ਨੇ ਬੈਂਕਿੰਗ ਕਰੀ ਜਾਣੀ ਹੈ, ਗੱਡੀਆਂ ਵੀ ਇਵੈਂਚੁਅਲੀ ਚਲੀ ਜਾਊਗੀਆਂ। ਤੇ ਸਰਟਨ ਸੈਕਟਰ ਨਹੀਂ, 에ਅਰਲਾਈਨ ਵਗੈਰਾ ਉਹ ਸਫਰ ਕਰੂਗੇ ਕਾਫੀ ਦੇਰ, ਮਗਰ ਬਾਕੀ ਸੈਕਟਰ ਦੇ ਉਹ ਚੱਲੀ ਜਾਣਗਾ ਕੰਮ। ਇਸ ਕਰਕੇ ਉਹ ਕੰਪਨੀਆਂ ਦੇ ਸਟਾਕ ਖਰੀਦਣੇ ਨਾਰਮਲੀ ਵਰਥਵਾਈਲ ਹੁੰਦਾ। ਹੁਣ ਮੈਂ ਨਹੀਂ ਕਹਿ ਰਿਹਾ ਕਿ ਤੁਸੀਂ ਮੇਰੇ ਕਹੇ ਤੇ ਜਾ ਕੇ ਸਟਾਕ ਖਰੀਦੋ, ਤੁਸੀਂ ਸੋਨਾ ਖਰੀਦੇ ਜਾ ਕੇ, ਰੀਅਲ ਏਸਟੇਟ। ਇਹ ਤੁਸੀਂ ਆਪਣੇ ਫਾਈਨੈਂਸ਼ੀਅਲ ਐਡਵਾਈਜ਼ਰ ਨਾਲ ਡਿਸਕਸ ਕਰੋ ਕਿ ਹਰ ਇੱਕ ਬੰਦੇ ਦੀ ਸਿਚੁਏਸ਼ਨ ਡਿਫਰੈਂਟ ਹੈਗੀ, ਉਸ ਹਿਸਾਬ ਨਾਲ ਫਿਰ ਉਹ ਤੁਹਾਨੂੰ ਗਾਈਡ ਕਰੂਗੇ ਕਿ ਤੁਸੀਂ ਕਿੱਦਾਂ ਪੈਸੇ ਇਨਵੈਸਟ ਕਰਨੇ ਆ। ਮਗਰ ਇਹ ਹੈ ਕਿ ਲੌਂਗ ਟਰਮ ਇਹ ਬੈਟਰ, ਮੇਰੇ ਹਿਸਾਬ ਨਾਲ ਇਹ ਸੈਕਟਰਸ ਬੈਟਰ रहेंगे पैसे जे किसी ने इन्वेस्ट कर रहे हैं कि रियल एस्टेट होवे या सोने च होवे या स्टॉक मार्केट च होवे, वो हर्ज नहीं होता। ठीक है। ਤੇ ਕਪਿਲ ਜੀ, ਜਾਂਦੇ ਜਾਂਦੇ ਸਾਡੇ ਵਿਊਅਰਸ ਨੂੰ ਕੋਈ ਐਡਵਾਈਸ ਤੁਹਾਡੇ ਵੱਲੋਂ, ਬੀਇੰਗ ਐਜ਼ ਆ ਲਾਈਕ ਤੁਸੀਂ ਫਾਈਨੈਂਸ਼ੀਅਲ ਐਕਸਪਰਟ ਹੋ ਤੇ ਤੁਸੀਂ ਰੀਅਲ ਸਟੇਟ ਦੇ ਬਿਜ਼ਨਸ 'ਚੋਂ ਵੀ ਹੋ, ਕੁਛ ਇੱਕ ਦੋ ਉਹਨਾਂ ਨੂੰ ਕੁਛ ਐਸੇ ਟਿਪ ਦੇ ਜੋ ਜਿਹੜੇ ਕਿ ਉਹ ਆਪਣਾ ਥੋੜਾ ਬਹੁਤਾ ਫਿਊਚਰ ਥੋੜਾ ਫਾਈਨੈਂਸ਼ੀਅਲੀ ਸਿਕਿਉਰ ਕਰ ਸਕਣ। ਦੋ ਤਿੰਨ ਚੀਜ਼ਾਂ ਧਿਆਨ ਰੱਖਿਆ ਕਰੋ। ਇੱਕ ਤਾਂ ਹੈਗਾ ਆਪਣਾ, ਜੇ ਅਫੋਰਡ ਕਰ ਸਕਦੇ ਹੋ ਰੈਂਟਲ ਵਗੈਰਾ ਘਰ ਲੈਣ ਨੂੰ, ਉਹ ਕੋਸ਼ਿਸ਼ ਕਰੋ ਲੈਣ ਦੀ, ਜੇ ਅਫੋਰਡ ਕਰ ਸਕਦੇ ਲੈਣ ਨੂੰ। ਉਹਦੇ ਜਦ ਤੁਸੀਂ ਲੈਣੇ ਆ, ਤੁਸੀਂ ਮੇਨ ਚੀਜ਼ ਇਹ ਨਹੀਂ ਦੇਖਣੀ ਕਿ ਘਰ ਦੀ ਕਿੰਨੀ ਕੀਮਤ ਵੱਧਣੀ ਹੈ। ਇਹ ਤੁਸੀਂ ਪਹਿਲੀ ਵਾਰ ਸੁਣੋਗੇ, ਕੁਝ ਤੁਹਾਨੂੰ ਦੱਸ ਰਹੇ ਆ। ਮੈਂ ਕਦੀ ਵੀ ਰੀਅਲ ਐਸਟੇਟ ਖਰੀਦਦਾ, ਮੈਂ ਇਹ ਸੋਚ ਕੇ ਨਹੀਂ ਕਦੀ ਖਰੀਦਦਾ ਕਿ ਇਹਦੀ ਕੀਮਤ ਵਧਣੀ ਹੈ। ਮੈਂ ਇਹ ਸੋਚ ਕੇ ਖਰੀਦਦਾ ਕਿ ਮੈਨੂੰ ਕਿਰਾਇਆ ਕਿੰਨਾ ਆਉਣਾ ਹੈਗਾ ਤੇ ਮੇਰੇ ਖਰਚੇ ਕਿੰਨੇ ਹੋਣੇ ਆ, ਮਾਰਗੇਜ ਪੇਮੈਂਟ ਕਿੰਨੀ ਹੋਣੀ ਹੈ, ਟੈਕਸ ਕਿੰਨੇ ਹੋਣੇ ਆ। ਜੇ ਮੈਨੂੰ ਬਚਤ ਹੈ ਤਾਂ ਮੈਂ ਖਰੀਦੂੰਗਾ, ਜੇ ਮੈਨੂੰ ਬਚਤ ਨਹੀਂ ਹੈ ਮੈਂ ਨਹੀਂ ਖਰੀਦੂੰਗਾ। ਤਾਂ ਤੁਸੀਂ ਇਸ ਤਰੀਕੇ ਦੇ ਘਰ ਲੱਭਣੇ ਹੈਗੇ ਜਿੱਥੇ ਤੁਹਾਨੂੰ ਵੱਧ ਤੋਂ ਵੱਧ ਕਿਰਾਇਆ ਹੋਵੇ। ਖਾਸ ਕਰਕੇ ਬ੍ਰੈਂਟਨ ਚ ਆਪਣਾ ਬਹੁਤ ਸੌਖਾ ਹੈਗਾ, ਆਪਣਾ ਬੇਸਮੈਂਟਾਂ ਦੀ ਡਿਮਾਂਡ ਬਹੁਤ ਹੈਗੀ, ਉੱਪਰ ਘਰ ਦੀ ਡਿਮਾਂਡ ਬਹੁਤ ਹੈਗੀ। ਤਾਂ ਜੇ ਤੁਸੀਂ ਸੈਮੀ ਡਿਟੈਚ ਘਰ ਹੋਵੇ ਜਾਂ ਡਿਟੈਚ ਲੈਵਲ ਘਰ ਹੋਵੇ ਜਿੱਥੇ ਤੁਸੀਂ ਉੱਪਰ ਹੀਟਰ ਰੈਂਟ ਕਰ ਸਕਦੇ ਆ, ਉਹ ਕੋਈ ਹਰਜ ਨਹੀਂ ਹੈ। ਦੂਜਾ ਹੈਗਾ, ਜੇ ਤੁਹਾਡਾ ਆਪਣਾ ਘਰ ਹੈਗਾ ਇਸ ਵੇਲੇ, ਉਹਦੇ 'ਚ ਕੋਸ਼ਿਸ਼ ਕਰ ਸਕਦੇ ਹੋ ਆਪਣੇ ਬੇਸਮੈਂਟ ਤਿਆਰ ਕਰਕੇ ਉਹਨੂੰ ਰੈਂਟ ਕਰਨ ਦੀ ਕੋਸ਼ਿਸ਼ ਕਰੋ, ਕਿਉਂਕਿ ਉਹਦੀ ਇਨਕਮ ਚੰਗੀ ਆ ਸਕਦੀ ਹੈ ਕਿ ਲੌਂਗ ਟਰਮ ਉਹ ਤੁਹਾਡੀ ਮਦਦ ਕਰੇਗਾ ਪੇ ਆਫ ਕਰਨ ਦਾ। ਤੀਜਾ ਹੈਗਾ, ਆਪਣੇ ਕੋਸ਼ਿਸ਼ ਕਰੋ RSP ਵਗੈਰਾ 'ਚ ਪੈਸੇ ਪਾਉਣ ਦੀ ਕੋਸ਼ਿਸ਼ ਕਰੋ ਤੇ ਆਪਣਾ ਪ੍ਰੋਪਰ ਐਡਵਾਈਜ਼ਰ ਲੱਭੋ ਤੇ ਉੱਥੇ ਜਾਓ ਤੇ ਕਰਜ਼ੇ ਘੱਟ ਤੋਂ ਘੱਟ ਰੱਖੋ ਸਾਰੇ ਤੁਸੀਂ ਆਪਣੇ। ਖਾਸ ਕਰਕੇ ਘਰ ਦੀ ਪਰਸਨਲ ਮੌਰਗੇਜ ਜਿਹੜਾ ਆਪਣਾ ਤੁਹਾਡਾ ਘਰ ਰਹਿਣ ਵਾਲਾ ਨਾ, ਉੱਥੇ ਜਿੰਨੀ ਘੱਟ ਤੋਂ ਘੱਟ ਮੌਰਗੇਜ ਹੋਵੇ ਜਾਂ ਨਾ ਹੋਵੇ ਉਹ ਬਹੁਤ ਜ਼ਰੂਰੀ ਹੈ। ਜਿਹੜਾ ਇਨਵੈਸਟਮੈਂਟ ਵਾਲੀ ਪ੍ਰਾਪਰਟੀ ਹੈ ਉਹਦੇ ਜਿੰਨੀ ਮਰਜ਼ੀ ਮੌਰਗੇਜ ਕੋਈ ਟੈਨਸ਼ਨ ਨਹੀਂ ਹੋਦੀ, ਘਰ ਦੀ ਪਰਸਨਲ ਮੌਰਗੇਜ ਨਹੀਂ ਹੋਣੀ ਚਾਹੀਦੀ, ਇਹ ਬਹੁਤ ਧਿਆਨ ਰੱਖਣਾ ਚਾਹੀਦੀ ਹੈ। ਥੈਂਕ ਯੂ ਕਪਿਲ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਬਿਜ਼ੀ ਸਕੈਜੂਲ 'ਚ ਸਾਡੇ ਲਈ ਟਾਈਮ ਕੱਢ ਕੇ ਸਾਡੇ ਵਿਊਅਰਸ ਨੂੰ ਇੰਨੀ ਵਧੀਆ ਇਨਫੋਰਮੇਸ਼ਨ ਸ਼ੇਅਰ ਕੀਤੀ। ਸੋ ਰੀਅਲੀ ਐਪਰੀਸ਼ੀਏਟਡ ਐਂਡ ਵਨਸ ਅਗੇਨ ਥੈਂਕ ਯੂ ਵੈਰੀ ਮਚ। ਥੈਂਕ ਯੂ ਵੈਰੀ ਮਚ। ਥੈਂਕ ਯੂ ਸਾਰਿਆਂ ਨੂੰ। ਓਕੇ ਸੋ ਵਿਊਅਰਸ, ਹੋਪ ਕਰਦੇ ਹਾਂ ਸਾਨੂੰ ਅੱਜ ਦੀ ਸਾਡੀ ਇਹ ਪ੍ਰੈਜੈਂਟੇਸ਼ਨ ਪਸੰਦ ਆਈ ਹੋਏਗੀ ਅਤੇ ਜਿਵੇਂ ਕਿ ਦੇਵ ਕਪਿਲ ਜੀ ਨੇ ਥੋੜ੍ਹੇ ਜਿਹੇ ਤੁਹਾਨੂੰ ਸੁਝਾਅ ਦਿੱਤੇ ਹੈ ਆਪਣੀ ਫਾਈਨੈਂਸ਼ੀਅਲ ਪੋਜੀਸ਼ਨ ਨੂੰ ਥੋੜ੍ਹਾ ਫਿਊਚਰ ਨੂੰ ਮੱਦੇਨਜ਼ਰ ਰੱਖ ਕੇ ਸਟਰੋਂਗ ਕਰਨ ਲਈ, ਆਈ ਹੋਪ ਤੁਸੀਂ ਉਹਨਾਂ 'ਤੇ ਵਿਚਾਰ ਜ਼ਰੂਰ ਕਰੋਗੇ ਅਤੇ ਕੋਵਿਡ-19 ਦੇ ਜਿੰਨੇ ਵੀ ਉਹਨਾਂ ਨੇ ਤੁਹਾਨੂੰ ਦੱਸੇ ਆ ਪ੍ਰੀਕਾਸ਼ਨਸ ਲੈਣ ਦੇ,
ਰਾਈਟ, ਤੁਸੀਂ ਉਹਨਾਂ ਸਾਰੇ ਵਿਚਾਰਾਂ ਤੇ ਇੱਕ ਵਾਰੀ ਫੇਰ ਗੌਰ ਕਰੋਗੇ ਤੇ ਉਹਦੇ ਅਕੋਰਡਿੰਗ ਹੀ ਤੁਸੀਂ ਅੱਗੇ ਆਪਣੇ ਡਿਸੀਜ਼ਨਸ ਲਓਗੇ। ਸੋ ਇਹਨਾਂ ਹੀ ਗੱਲਾਂ ਦੇ ਨਾਲ ਮੈਨੂੰ ਹੁਣ ਤੁਸੀਂ ਦਿਓ ਇਜਾਜ਼ਤ। ਅਸੀਂ ਇੱਕ ਨਵੇਂ ਟੌਪਿਕ ਦੇ ਨਾਲ ਤੁਹਾਨੂੰ ਫਿਰ ਮਿਲਾਂਗੇ। ਤਦ ਤੱਕ ਤੁਸੀਂ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ। ਤੇ ਕੋਈ ਵੀ ਤੁਸੀਂ ਜੇ ਆਪਣਾ ਕੋਈ ਪ੍ਰਤੀਕਰਮ ਜਾਂ ਆਪਣੀ ਪ੍ਰਤੀਕਿਰਿਆ ਸਾਡੇ ਨਾਲ ਸ਼ੇਅਰ ਕਰਨੀ ਹੈ ਤਾਂ ਮੇਰਾ ਨੰਬਰ ਸਕਰੀਨ ਤੇ ਆ ਹੀ ਰਿਹਾ ਹੈ 6477807722 ਤੇ ਬੌਬ ਦੋਸਾਂਝ ਜੀ ਦਾ ਨੰਬਰ ਹੈ 4164197777। ਤੇ ਤੁਸੀਂ ਸਾਡੇ ਫੇਸਬੁੱਕ ਤੇ ਸਾਡੇ YouTube ਚੈਨਲ ਤੇ ਵੀ ਜਾ ਕੇ ਆਪਣੇ ਵਿਊਜ਼ ਤੇ ਰਿਵਿਊਜ਼ ਦੇ ਸਕਦੇ ਹੋ। ਸੋ ਜ਼ਿਆਦਾ ਟਾਈਮ ਨਾ ਲੈਂਦੇ ਹੁਣ ਸਾਨੂੰ ਇਜਾਜ਼ਤ ਦਿਓ, ਅਸੀਂ ਤੁਹਾਨੂੰ ਫਿਰ ਮਿਲਾਂਗੇ। ਤਦ ਤੱਕ ਤੁਸੀਂ ਆਪਣਾ ਰੱਖੋ ਖਿਆਲ। ਸਤਿ ਸ਼੍ਰੀ ਅਕਾਲ।